GDP ਦਾ ਮਸਲਾ ਸਾਡੇ ਦੇਸ਼ ਦੇ ਵਿੱਚ ਭਖਿਆ ਹੋਇਆ ਕਿਉਂਕਿ 23 ਤੋਂ ਵੀ ਵੱਧ ਫੀਸਦੀ ਦੀ ਜਿਹੜੀ ਗਿਰਾਵਟ ਹੈ ਜਾਂ ਸੁੰਗੜਨ ਦੀ ਗੱਲ ਕੀਤੀ ਜਾ ਰਹੀ ਹੈ ਕਿ GDP ਦੀ ਗਿਰਾਵਟ ਦਰਜ ਕੀਤੀ ਗਈ ਹੈ। ਤੇ ਸਾਡੇ ਜਿਹੜੇ ਵਿੱਤ ਮੰਤਰੀ ਨੇ ਸੀਤਾਰਮਨ ਉਹ ਇਹ ਕਹਿ ਰਹੇ ਆ ਕਿ ਇਹ ਤਾਂ ਰੱਬ ਦਾ ਕਹਿਰ ਹੈ, ਰੱਬ ਦੇ ਕਹਿਰ ਕਰਕੇ ਸਾਰਾ ਕੁਝ ਹੋਇਆ। ਜਿਹੜਾ ਰੱਬ ਦਾ ਕਨਸੈਪਟ ਹੈ ਧਰਮਾਂ 'ਚ, ਇਹ ਰੱਬ ਬਖਰੇਵਾ ਨਹੀਂ ਕਰਦਾ। ਜੇ ਇਹ ਰੱਬ ਦਾ ਕਹਿਰ ਹੁੰਦਾ ਫਿਰ ਤਾਂ ਸਾਰੇ ਮੁਲਕਾਂ 'ਚ ਇੱਕੋ ਜਿਹਾ ਹੁੰਦਾ। ਰੱਬ ਦੀ ਕਹਿਰ ਕਹਿ ਕੇ ਇਹ ਪੱਲਾ ਝਾੜਨ ਵਾਲੀ ਗੱਲ ਹੈ। ਸਗੋਂ ਸਾਡੇ ਤਾਂ ਇਹ ਹੋ ਰਿਹਾ, ਸੰਗੋੜ ਆ ਰਿਹਾ, ਮਾਲਕ ਭਾਗੋ ਹੋਰ ਅਮੀਰ ਹੋ ਰਿਹਾ, ਲਾਲੋ ਦੀ ਰੋਟੀ ਛੋਟੀ ਹੋ ਰਹੀ ਹੈ ਬੇਸ਼ੱਕ ਉਹ ਦੁੱਧ ਵਾਲੀ। GDP ਘਟਦੀ ਵੱਧਦੀ ਹੈ, ਇਹਦਾ ਚੱਕਰ ਕੀ ਹੈ? ਆਮ ਲੋਕਾਂ ਨੂੰ ਕੀ ਲੈਣਾ ਦੇਣਾ, ਉਹਨਾਂ ਦੇ ਕੀ ਅਸਰ ਪੈਂਦਾ? ਜੇ GDP ਘਟਦੀ ਹੈ ਸਾਡੇ ਵਰਗੇ ਦੇਸ਼ 'ਚ ਸਭ ਤੋਂ ਵੱਡੀ ਮਾਰ ਇਹ ਕਿਰਤੀਆਂ ਤੇ ਪੈਂਦੀ ਹੈ। ਕਿਰਤੀ ਉਹਨੇ ਜਿਨ੍ਹਾਂ ਨਾਲ ਮੰਡੀ ਚੱਲਦੀ ਹੈ। ਪਰ ਖੇਤੀਬਾੜੀ ਦਾ ਹਾਲ ਪਹਿਲਾਂ ਵੀ ਮੰਦਾ ਹੈ, ਹੁਣ ਵੀ ਮੰਦਾ ਹੈ, ਪਰ GDP ਲਈ ਖੇਤੀਬਾੜੀ ਹਿੱਸਾ ਫਿਰ ਵੀ ਪਾ ਰਹੀ ਹੈ। ਤਾਂ ਫਿਰ ਖੇਤੀਬਾੜੀ ਵਾਲਿਆਂ ਨੂੰ ਉਹਨਾਂ ਮਾਣ ਸਤਿਕਾਰ ਕਿਉਂ ਨਹੀਂ ਹੈ? ਇਹ ਕੇਂਦਰ ਸਰਕਾਰ ਨੇ ਜਿਹੜੇ 3 ਆਰਡੀਨੈਂਸ ਲਿਆਂਦੇ ਨੇ ਉਹਦੇ ਨਾਲ ਕਿਸਾਨੀ, ਖੇਤ ਮਜ਼ਦੂਰ ਤੇ ਪਿੰਡੂ ਕਾਰੀਗਰ ਹੋਰ ਵੱਡੇ ਪੱਧਰ ਤੇ ਦੁਰਕਾਰਿਆ ਤੇ ਉਜਾੜਿਆ ਜਾਊਗਾ। ਤੇ ਅਕਾਲੀ ਦਲ ਅਜੇ ਵੀ ਉਸੇ ਗੱਲ ਤੇ ਟਿਕਿਆ ਹੋਇਆ ਕਿ ਮੈਨੂੰ ਕਿਤੇ ਗੱਲ ਕਹਿ ਕੇ ਵਿਖਾਓ ਕਿ ਕਿੱਥੇ ਲਿਖਿਆ ਕਿ MSP ਖਤਮ ਕਰਾਂਗੇ। ਮੈਂ ਦੱਸਦਾ MSP ਕਿੱਥੇ ਲਿਖਿਆ ਹੋਇਆ ਹੈਗਾ। MSP 23 ਫਸਲਾਂ ਦੀ ਅਨਾਉਂਸ ਕੀਤੀ ਜਾਂਦੀ ਹੈ, ਸਿਰਫ 2 ਫਸਲਾਂ ਥੋੜ੍ਹੇ ਇਲਾਕਿਆਂ 'ਚੋਂ ਖਰੀਦੀਆਂ ਜਾਂਦੀਆਂ ਨੇ। ਜੇ MSP ਸਾਰੀਆਂ ਫਸਲਾਂ ਦੀ ਵੀ ਕਰ ਦੇਣ ਉਹ ਤਾਂ ਖਰੀਦਣ ਨਾ, ਅਸੀਂ ਉਹ MSP ਨੂੰ ਕੀ ਕਰਾਂਗੇ? ਜਗਬਾਣੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੰਦੀਪ ਲਾਧੂਕਾ। ਦੋਸਤੋ, ਅੱਜ ਅਸੀਂ ਚਰਚਾ ਕਰਾਂਗੇ ਬੜਾ ਅਹਿਮ ਵਿਸ਼ਾ ਕਿਉਂਕਿ ਉਸ ਵਿਸ਼ੇ ਦੇ ਨਾਲ ਸਾਡੇ ਸਾਰਿਆਂ ਦੀ ਜ਼ਿੰਦਗੀ ਜੁੜੀ ਹੋਈ ਹੈ। GDP ਦਾ ਮਸਲਾ ਸਾਡੇ ਦੇਸ਼ ਦੇ ਵਿੱਚ ਭਖਿਆ ਹੋਇਆ ਕਿਉਂਕਿ 23 ਤੋਂ ਵੀ ਵੱਧ ਫੀਸਦੀ ਦੀ ਜਿਹੜੀ ਗਿਰਾਵਟ ਹੈ ਜਾਂ ਸੁੰਗੜਨ ਦੀ ਗੱਲ ਕੀਤੀ ਜਾ ਰਹੀ ਹੈ ਕਿ GDP ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸੇ ਤਿਮਾਹੀ ਦੇ ਮਹੀਨੇ ਦੇ ਅੰਕੜਿਆਂ ਦੇ ਮੁਤਾਬਕ। ਇਹ ਅੰਕੜੇ ਕੌਮੀ ਅੰਕੜਾ ਦਫ਼ਤਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਔਰ ਇਹਨਾਂ ਅੰਕੜਿਆਂ ਦੇ ਨਾਲ ਹੈਰਾਨੀ ਹੋਣੀ ਵੀ ਸੁਭਾਵਕ ਹੈ ਤੇ ਇਸ ਦੇ ਵਿੱਚ ਅਫਸੋਸ ਵੀ ਕੀਤਾ ਜਾਣਾ ਸੁਭਾਵਕ ਹੈ ਕਿਉਂਕਿ ਪ੍ਰਬੰਧ ਹੀ ਇੰਨਾ ਮਾੜਾ ਹੈ ਕਿ GDP ਥੱਲੇ ਚਲੀ ਗਈ ਹੈ। ਚਾਹੇ ਇਸ ਦੇ ਮੁਕਾਬਲੇ ਹੋਰਨਾਂ ਦੇਸ਼ਾਂ ਦੀ ਗੱਲ ਕਰੀਏ, ਅਮਰੀਕਾ ਵਿੱਚ ਵੀ ਇਹ ਗਿਰਾਵਟ ਦਰਜ ਕੀਤੀ ਗਈ ਹੈ। ਪਰ ਇਹ ਸਾਰੇ ਮਸਲੇ ਨੂੰ ਲੈ ਕੇ ਅਮਰੀਕਾ ਵਿੱਚ ਭਾਵੇਂ ਗਿਰਾਵਟ ਵੱਧ ਹੈ, ਸਾਡੇ ਦੇਸ਼ ਵਿੱਚ ਉਹਨਾਂ ਨਾਲੋਂ ਕੋਈ 8-9% ਦੀ ਘੱਟ ਹੈ ਗਿਰਾਵਟ। ਇਹ ਸਾਰੇ ਮਸਲੇ ਹੋਣ ਦੇ ਬਾਵਜੂਦ ਵੀ ਭਾਰਤ ਦੇਸ਼ ਦੇ ਉੱਤੇ ਚਿੰਤਾ ਜਾਂ ਚਿੰਤਨ ਕਰਨ ਦੀ ਕਿਉਂ ਲੋੜ ਹੈ? ਇਸ ਮਸਲੇ ਦੇ ਉੱਤੇ ਅਸੀਂ ਚਰਚਾ ਕਰਾਂਗੇ ਕਿਉਂਕਿ GDP ਦੀ ਗਰੋਥ ਦੇ ਨਾਲ ਹੀ ਸਾਡੀ ਜ਼ਿੰਦਗੀ ਜਿਹੜੀ ਹੈ ਉਸ ਦੇ ਨਾਲ ਵੱਡੇ ਸਵਾਲ ਜੁੜੇ ਹੋਏ ਆ ਕਿ ਸਾਡੀਆਂ ਸਹੂਲਤਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ। ਜੇ GDP ਦੇ ਵਿੱਚ ਗਿਰਾਵਟ ਆਉਣ ਦੀ ਬਜਾਏ ਵਾਧਾ ਹੁੰਦਾ ਹੈ ਤਾਂ ਸਾਡੇ ਨਾਲ ਸਹੂਲਤਾਂ ਕਿਹੜੀਆਂ-ਕਿਹੜੀਆਂ ਦਿੱਤੀਆਂ ਜਾਣਗੀਆਂ, ਉਹ ਪੈਸਾ ਜਾਂ ਉਤਪਾਦਨ ਕਿਹੜੀ ਧਿਰ ਦੇ ਲਈ ਵਰਤਿਆ ਜਾਵੇਗਾ? ਇਹਨਾਂ ਸਾਰੇ ਮਸਲਿਆਂ ਦਾ ਹੱਲ ਕੀ ਹੋਣਾ ਚਾਹੀਦਾ ਤੇ ਇਹ ਹਾਲ ਹੋ ਕਿਉਂ ਗਿਆ? ਇਸ ਸਾਰੇ ਮਸਲੇ ਦੇ ਉੱਤੇ ਅਸੀਂ ਚਰਚਾ ਕਰਾਂਗੇ ਤੇ ਮੇਰੇ ਨਾਲ ਇਸ ਵਕਤ ਡਾਕਟਰ ਗਿਆਨ ਸਿੰਘ ਨੇ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਨੇ ਤੇ ਪ੍ਰਸਿੱਧ ਕਾਲਮ ਨਵੀਸ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ। ਸ਼ੁਕਰੀਆ ਜੀ ਤੁਹਾਡਾ। ਜੀ, ਸਭ ਤੋਂ ਪਹਿਲਾਂ ਜੇ ਗੱਲ ਕਰੀਏ ਅਸੀਂ GDP ਦੀ ਤਾਂ ਜਿਹੜਾ ਉਹਦਾ ਸੁੰਗੜਨ ਸ਼ਕਤੀ ਹੈ, ਸੰਗੋੜ ਹੈ, ਉਹ 23% ਤੋਂ ਵੀ ਵੱਧ ਚਲਾ ਗਿਆ ਥੱਲੇ। ਬਾਕੀ ਦੇਸ਼ਾਂ ਦੇ ਵਿੱਚ ਵੀ ਇਹ ਹਾਲ ਹੈ, ਅਮਰੀਕਾ ਵਿੱਚ ਇਸ ਤੋਂ ਵੀ ਮੰਦਾ ਹਾਲ ਹੈ ਜੇ ਫੀਸਦੀ ਵਿੱਚ ਗੱਲ ਕਰਨੀ ਹੋਵੇ। ਤੇ ਸਾਡੇ ਜਿਹੜੇ ਵਿੱਤ ਮੰਤਰੀ ਨੇ ਸੀਤਾਰਮਨ ਉਹ ਇਹ ਕਹਿ ਰਹੇ ਆ ਕਿ ਇਹ ਤਾਂ ਰੱਬ ਦਾ ਕਹਿਰ ਹੈ, ਰੱਬ ਦੇ ਕਹਿਰ ਕਰਕੇ ਸਾਰਾ ਕੁਝ ਹੋਇਆ। ਤੁਸੀਂ ਕੀ ਮੰਨਦੇ ਹੋ? ਸੰਦੀਪ ਜੀ, ਗੱਲ ਇਹ ਹੈ ਜਿਹੜਾ ਇਹ ਸੰਗੋੜ ਹੈ ਸਾਡਾ ਹੈਗਾ 23.9% ਤੇ ਅਮਰੀਕਾ ਦਾ ਇਹ ਜਿਹੜਾ ਹੈਗਾ 9% ਇਦੋਂ ਵੱਧ ਹੈ, 32.9% ਹੈ। ਇਹ ਉਸ ਤੋਂ ਬਾਅਦ ਜਿੰਨੇ ਬਾਕੀ ਦੇਸ਼ ਹੈ ਉਹਨਾਂ ਸਾਰਿਆਂ ਸਾਡੇ ਨਾਲੋਂ ਘੱਟ ਹੈਗਾ। ਗੱਲ ਇਹ ਨਹੀਂ ਕਿ ਅਸੀਂ ਇਹ ਕੰਪੈਰੀਜ਼ਨ ਕਰੀਏ ਕਿ ਇੱਕ ਦੋ ਡਿਸਕਸ਼ਨ 'ਚ ਇਹ ਵੀ ਮੇਰੇ ਨਾਲ ਪੈਨਲਿਸਟ ਨੇ ਗੱਲ ਕੀਤੀ ਕਿ ਸਭ ਤੋਂ ਵੱਧ ਸੰਗੋੜ ਵਾਲਾ ਦੇਸ਼ ਅਮਰੀਕਾ ਵੀ ਹੈਗਾ। ਇਹ ਵੀ ਮੈਂ ਉਹਨਾਂ ਨੂੰ ਇੱਕੋ ਗੱਲ ਦਾ ਜਵਾਬ ਦਿੱਤਾ, ਮੈਂ ਜਿਹੜੇ ਹਾਈਲੀ ਡਿਵੈਲਪ ਕੰਟਰੀਜ਼ ਹੈ ਜੇ ਉਹ 'ਚੋਂ ਅਮਰੀਕਾ ਸੰਗੋੜ ਸਾਡੇ ਨਾਲ ਵੱਧ ਹੈ। ਪਹਿਲੀ ਗੱਲ ਤਾਂ ਉਹ ਇਕੋਨਮੀ ਬਹੁਤ ਵੱਡੀ ਹੈ ਨਾ, ਉਹ ਸੰਗੋੜ ਨੂੰ ਝੱਲ ਸਕਦੀ ਹੈ। ਦੂਜੀ ਗੱਲ, ਉਹਨਾਂ ਇਕੋਨਮੀਜ਼ ਨੇ ਜਾਂ ਉੱਥੋਂ ਦੀਆਂ ਸਰਕਾਰਾਂ ਨੇ ਆਪਦੀ ਵਰਕਿੰਗ ਕਲਾਸ ਨੂੰ ਬਹੁਤ ਕੁਝ ਦਿੱਤਾ ਹੈ। ਅਤੇ ਕੈਨੇਡਾ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਉਹਨਾਂ ਨੇ ਆਪਦੇ ਇੰਪਲਾਈਜ਼ ਨੂੰ ਤਾਂ ਦਿੱਤਾ ਹੀ ਦਿੱਤਾ ਹੈ, ਨਾਲ ਜਿਹੜੇ ਬਾਹਰਲੇ ਦੇਸ਼ਾਂ ਤੋਂ ਪੜ੍ਹਨ ਗਏ ਵਿਦਿਆਰਥੀ ਹੈ, ਵਿਦਿਆਰਥੀ ਜੀ, ਪ੍ਰਵਾਸੀ ਦਾ ਮਤਲਬ ਕੰਮ ਕਰਨ ਲਈ ਜਾਣਗੇ, ਪੜ੍ਹਨ ਲਈ ਗਏ ਨੇ, ਉਹਨਾਂ ਨੂੰ ਵੀ ਘਰੇ ਬੈਠਿਆਂ ਨੂੰ ਉਹਨਾਂ ਨੇ ਖਰਚਾ ਦਿੱਤਾ ਹੈਗਾ। ਅਤੇ ਜਦੋਂ ਕਿ ਸਾਡੇ ਦੇਸ਼ 'ਚ ਜਿਹੜਾ ਇਹ ਕ੍ਰਾਈਸਿਸ ਹੈ ਇਹਦੇ ਵਿੱਚ ਜਦੋਂ ਲੋਕਡਾਊਨ ਕੀਤਾ, ਸਾਡੇ ਮਜ਼ਦੂਰ ਜਿਹੜੇ ਸਿਰਫ 2 ਡੰਗ ਦੀ ਰੋਟੀ ਲਈ ਆਪਦੇ ਘਰ ਘਾਟ ਛੱਡ ਕੇ ਸ਼ਹਿਰਾਂ 'ਚ ਗੰਦੀਆਂ ਬਸਤੀਆਂ 'ਚ ਰਹਿੰਦੇ ਨੇ, ਉਹ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਿਟੀ ਜਿਹੜਾ ਉਹਦਾ ਮਜ਼ਾਕ ਉੱਡਦਾ ਦੇਖਿਆ ਗਿਆ ਕਿ ਉਹਨਾਂ ਨੂੰ 15 ਦਿਨ ਦੀ ਰੋਟੀ ਸਰਮਾਏਦਾਰ ਸਾਡਾ ਨਹੀਂ ਦੇ ਸਕਿਆ ਅਤੇ ਉਹ 1500 ਕਿਲੋਮੀਟਰ ਤੱਕ ਤੁਰ ਕੇ
ਤੇ ਪੈਰ ਖਰਾਬ ਕਰਕੇ ਇਹ ਐਕਸੀਡੈਂਟ ਕਰਕੇ ਜਾਨਾਂ ਗਵਾ ਕੇ ਇਹ ਤੇ ਪਤਾ ਨਹੀਂ ਕਿਹੜੇ ਕਿਹੜੇ ਦੁੱਖ ਝੱਲ ਕੇ ਰੇਲਵੇ ਟਰੈਕ ਤੇ ਸੌਂ ਕੇ ਉੱਪਰ ਦੀਆਂ ਟ੍ਰੇਨ ਲੰਘ ਕੇ ਮਰੇ ਰਿਪੋਰਟ ਹੋਏ ਨੇ। ਤੇ ਫਿਰ ਸਾਡਾ ਸੰਗੋੜ ਤਾਂ ਜ਼ਿਆਦਾ ਸੀਰੀਅਸ ਹੈ। ਰੌਲਾ ਕਿ ਜਿਹੜਾ ਸੰਗੋੜ ਆਇਆ, ਸੰਗੋੜ ਦੇ ਵਿੱਚ ਆਮ ਲੋਕਾਂ ਨੂੰ ਉਹ ਤੋਂ ਕਿਵੇਂ ਬਚਾਇਆ ਗਿਆ। ਜਿਹੜਾ ਸਾਡੇ ਆਮ ਲੋਕ ਨੇ ਉਹ ਤੋਂ ਬਚੇ ਨਹੀਂ, ਉਹਦੇ ਨੱਕ ਚੱਲੇ ਗਏ ਨੇ। ਬਹੁਤ ਮਾੜੀ ਹਾਲਤ ਹੋਈ ਹੈ। ਮੈਂ ਤਾਂ ਸਿਰਫ ਤੁਹਾਨੂੰ ਇੱਕ ਉਦਾਹਰਨ ਦਿੱਤੀ ਹੈ ਜੀ। ਬਿਲਕੁਲ, ਜਿਵੇਂ ਤੁਸੀਂ ਚਰਚਾ ਕੀਤੀ ਹੈ ਕਿ ਇਸ ਦੇ ਕਾਰਨ ਚਾਹੇ ਫੀਸਦੀ ਦੇ ਵਿੱਚ ਦੇਖੀਏ, ਅੰਕੜਾ ਜਦੋਂ ਦੇਖਿਆ ਜਾਂਦਾ ਤੇ ਅੰਕੜੇ ਵਿੱਚ ਕਾਫੀ ਐ ਨਜ਼ਰ ਆਉਂਦਾ ਕਿ ਅਮਰੀਕਾ ਸਾਡੇ ਤੋਂ ਵੀ ਥੱਲੇ ਜਿਹੜਾ ਗਿਰਾਵਟ ਵਿੱਚ ਹੈ ਤੇ ਅਸੀਂ ਤਾਂ ਫਿਰ ਵੀ ਬਿਹਤਰ ਹਾਂ। ਇਹ ਕਹਿ ਕੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਭਰੋਸਾ ਜਾਂ ਧਰਵਾਸ ਦਿੱਤਾ ਜਾਂਦਾ। ਤੁਸੀਂ ਇੱਕ ਬੜੀ ਵਧੀਆ ਦਲੀਲ ਦਿੱਤੀ ਹੈ ਕਿ ਉਹਨਾਂ ਦੀ ਇਕਨੋਮੀ ਵੀ ਉਨੀ ਸਟਰੋਂਗ ਹੈ ਭਾਰਤ ਦੇ ਮੁਕਾਬਲੇ। ਵੱਡੀ ਹੈ ਜੀ, ਵੱਡੀ ਹੈ। ਤੇ ਮੈਂ ਸਿਰਫ ਇੱਕ ਗੱਲ ਹਾਲੇ ਹੋਰ ਕਰਨੀ ਚਾਹੂੰਗਾ। ਇਹ ਆਪਣੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਸੰਗੋੜ ਹੈ ਰੱਬ ਦਾ ਕਹਿਰ ਹੈ। ਇਹ ਮੇਰੀ ਸੋਚ ਅਨੁਸਾਰ ਇਹ ਜਿੰਨਾ ਕਿ ਮੈਂ ਧਰਮਾਂ ਨੂੰ ਸਮਝਦਾ, ਇਹ ਉਹ 'ਚ ਜਿਹੜਾ ਰੱਬ ਦਾ ਕਨਸੈਪਟ ਹੈ ਧਰਮਾਂ 'ਚ, ਇਹ ਰੱਬ ਬਖਰੇਵਾਂ ਨਹੀਂ ਕਰਦਾ। ਜੇ ਇਹ ਰੱਬ ਦਾ ਕਹਿਰ ਹੁੰਦਾ ਫਿਰ ਤਾਂ ਸਾਰੇ ਮੁਲਕਾਂ 'ਚ ਇੱਕੋ ਜਿਹਾ ਹੁੰਦਾ। ਜੇ ਰੱਬ ਨੇ ਸਜ਼ਾ ਦੇਣੀ ਹੁੰਦੀ ਫਿਰ ਤਾਂ ਜਿਸ ਤਰ੍ਹਾਂ ਇਹ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ 'ਚ ਇਹ ਮਲਕ ਭਾਗੋ ਤੇ ਭਾਈ ਲਾਲੋ ਦੀ ਗੱਲ ਕੀਤੀ ਹੈ। ਇਹ ਜਿਹੜੇ ਭਾਈ ਲਾਲੋ ਹੈ ਇਹ ਉਹਦੇ ਹੱਕ 'ਚ ਉਹਨਾਂ ਦਾ ਦੁੱਧ ਵਾਲੀ ਰੋਟੀ ਦਿਖਾ ਦਿੰਦੇ ਸਾਨੂੰ, ਦੂਜੇ ਪਾਸੇ ਖੂਨ ਦੀ ਦਿਖਾ ਦਿੰਦੇ। ਸਗੋਂ ਸਾਡੇ ਤਾਂ ਇਹ ਹੋ ਰਿਹਾ, ਸੰਗੋੜ ਆ ਰਿਹਾ, ਮਲਕ ਭਾਗੋ ਹੋਰ ਅਮੀਰ ਹੋ ਰਿਹਾ, ਲਾਲੋ ਦੀ ਰੋਟੀ ਛੋਟੀ ਹੋ ਰਹੀ ਹੈ, ਬੇਸ਼ੱਕ ਉਹ ਦੁੱਧ ਵਾਲੀ ਹੋ ਹੈਗੀ। ਬਿਲਕੁਲ ਬਿਲਕੁਲ। ਔਰ ਜਿਵੇਂ ਤੁਸੀਂ ਚਰਚਾ ਕੀਤੀ ਹੈ ਕਿ ਇਸ ਤਰ੍ਹਾਂ ਦੇ ਮਸਲੇ ਬਣੇ ਹੋਏ ਹੈ ਕਿ ਜਿਵੇਂ ਉਦਾਹਰਨ ਬੜੀ ਵਧੀਆ ਦਿੱਤੀ ਹੈ ਇਤਿਹਾਸ ਦੇ ਵਿੱਚੋਂ, ਕਿਉਂਕਿ ਬਜ਼ੁਰਗਾਂ ਦੇ ਕੋਲੋਂ ਅਸੀਂ ਸਿੱਖਦੇ ਵੀ ਇਹੀ ਹਾਂ। ਸਾਡੇ ਪੁਰਸ਼ਾਂ ਨੇ ਸਿਖਾਇਆ ਹੀ ਸਾਨੂੰ ਇਹ ਹੈ ਕਿ ਅਸੀਂ ਚੱਲਣਾ ਕਿਹੜੀ ਦਿਸ਼ਾ ਵਿੱਚ ਹੈ, ਕਿਹੜੇ ਲੁੱਟਣ ਵਾਲੇ ਆ ਤੇ ਕਿਹੜੇ ਲੁੱਟੇ ਜਾ ਰਹੇ ਆ ਤੇ ਇਹਨਾਂ ਨੂੰ ਬਚਾਉਣਾ ਕਿਵੇਂ ਹੈ। GDP ਦੀ ਜਦੋਂ ਗੱਲ ਤੁਰਦੀ ਹੈ ਨਾ ਤਾਂ ਉਦੋਂ ਆਮ ਲੋਕਾਂ ਨੂੰ ਜਦੋਂ ਖਬਰ ਵੀ ਦੇਖ ਰਹੇ ਹੁੰਦੇ ਆ ਜਾਂ TV ਦੇ ਉੱਤੇ ਚੱਲ ਵੀ ਰਿਹਾ ਹੁੰਦਾ ਕਿ GDP ਦੇ ਵਿੱਚ ਗਿਰਾਵਟ ਆ ਗਈ, ਆਮ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ। ਇਹ GDP ਦਾ ਮਸਲਾ ਜ਼ਰੂਰ ਸਮਝਾਓ ਇੱਕ ਮਾਹਿਰ ਵਜੋਂ। ਮੈਂ ਜਾਣਨਾ ਚਾਹੁੰਦਾ ਕਿਉਂਕਿ ਮੈਨੂੰ ਵੀ ਬਹੁਤੀ ਇਸ ਬਾਰੇ ਗਿਆਨ ਨਹੀਂ ਹੈ ਕਿ ਮੈਂ ਸਾਂਝਾ ਕਰ ਸਕਾਂ ਦੂਜਿਆਂ ਨਾਲ। ਤੁਸੀਂ ਸਮਝਾਓ ਕਿ GDP ਘਟਦੀ ਵੱਧਦੀ ਹੈ, ਇਹਦਾ ਚੱਕਰ ਕੀ ਹੈ, ਆਮ ਲੋਕਾਂ ਨੂੰ ਕੀ ਲੈਣਾ ਦੇਣਾ, ਉਹਨਾਂ ਦੇ ਕੀ ਅਸਰ ਪੈਂਦਾ? ਇਹਦੇ ਆਮ ਲੋਕਾਂ ਲਈ ਤਾਂ ਇਹਦਾ ਇਹ ਹੈ ਕਿ ਜਿਹੜੀ ਰਾਸ਼ਟਰੀ ਆਮਦਨ ਹੈ ਇਹ ਉਹਨੂੰ ਮਾਪਣ ਲਈ ਵੱਖ-ਵੱਖ ਢੰਗ ਨੇ। ਉਹ 'ਚੋਂ ਇੱਕ ਹੈਗਾ GDP ਵਾਲਾ। GDP ਵਾਲਾ ਹੈ ਕਿ ਦੇਸ਼ ਦੇ ਵਿੱਚ ਇਹ ਜਿੰਨਾ ਉਤਪਾਦਨ ਹੋਇਆ ਇਹ ਉਹਦੀ ਵੈਲਿਊ ਨੂੰ ਗਿਣਨਾ ਹੈ ਨਾ, ਕਿੰਨਾ ਉਤਪਾਦਨ ਉਹਦੀ ਵੈਲਿਊ ਨੂੰ ਗਿਣਨਾ। ਜਿਹੜਾ ਇਹ 23.9 ਹੈ, ਜਿਹੜਾ ਇਹ ਤਿਮਾਹੀ 'ਚ ਹੈ, ਇਹ 23.9 ਪਿੱਛੇ ਨਾਲੋਂ ਘੱਟ ਹੈ। 23.9% ਘਟ ਗਿਆ ਉਤਪਾਦਨ ਦੀ। ਉਤਪਾਦਨ ਘਟਿਆ, ਉਹਦੀ ਵੈਲਿਊ ਘਟੀ। ਮਤਲਬ ਇੰਨਾ ਕਿ ਚੌਥਾ ਹਿੱਸਾ ਪਹਿਲਾਂ ਨਾਲੋਂ ਘੱਟ ਹੈ, ਕਿ ਬਹੁਤ ਵੱਡਾ ਘਾਟਾ ਹੈਗਾ। ਆਮ ਤੌਰ 'ਤੇ ਇਹ ਸਾਡਾ ਗਰੋਥ ਰੇਟ ਹੈ, ਜਿਹੜਾ ਇਕਨੋਮਿਕ ਗਰੋਥ ਰੇਟ ਹੈ, ਉਹ ਪੋਜ਼ੀਟਿਵ ਹੁੰਦਾ ਅਤੇ ਥੱਲੇ ਦਾ ਆ ਜਾਂਦਾ, ਪਰ ਉਹ 0 'ਤੇ ਨਹੀਂ ਆਉਂਦਾ। ਇਹ ਤਾਂ ਨੈਗੇਟਿਵ ਪਿੱਛੇ ਚਲੇ ਗਿਆ 24% ਦੇ ਨਜ਼ਦੀਕ। ਪਹਿਲਾਂ ਦੇ ਮੁਕਾਬਲੇ ਨਾਲ ਮਾਪਿਆ ਜਾਂਦਾ ਕਿ ਕਿੰਨੀ ਘਾਟੇ 'ਚ ਹੈ, ਕਿੰਨੇ ਵਾਧੇ 'ਚ ਹੈ। ਜੇ ਅਸੀਂ ਦੇਸੀ ਭਾਸ਼ਾ 'ਚ ਦੱਸਣਾ ਹੋਵੇ ਵੀ ਜੇ ਕੋਈ ਇੱਟਾਂ ਪੱਥਣ ਵਾਲਾ ਬੰਦਾ ਹੈ, ਇਹਦਾ ਮਤਲਬ ਉਹਦਾ ਕੰਮ ਵੀ ਘਟਿਆ। ਜੇ ਕੋਈ ਸਰਵਿਸ ਦੇਣ ਵਾਲਾ ਬੰਦਾ, ਉਹਦਾ ਕੰਮ ਵੀ ਘਟਿਆ। ਇਸ ਤਰ੍ਹਾਂ ਦੇ ਉਦਾਹਰਨ ਜਿੰਨਾ ਵੀ ਉਤਪਾਦਨ ਹੈਗਾ ਜਿਹਦੀ ਵੈਲਿਊ ਕੀਤੀ ਜਾ ਸਕਦੀ ਹੈ, ਉਹ ਕੁੱਲ ਮਿਲਾ ਕੇ ਉਹ ਉਤਪਾਦਨ ਤੇ ਉਹਦੀ ਅਖੀਰ ਤੇ ਵੈਲਿਊ ਹੈ ਨਾ, ਗ੍ਰੋਸ ਡੋਮੈਸਟਿਕ ਪ੍ਰੋਡਕਟ, ਉਹ 23.9% ਘਟ ਗਿਆ, ਜਿਹੜਾ ਕਿ ਬਹੁਤ ਸੀਰੀਅਸ ਹੈ। ਇਹਦਾ ਇੱਕ ਰੀਜ਼ਨ ਹੈ ਕਿ ਜਦੋਂ GDP ਘਟਦੀ ਹੈ, ਇਹਦੇ ਨਾਲ ਸਾਡਾ ਇਕਨੋਮਿਕ ਗਰੋਥ ਰੇਟ ਵੀ ਤੇਜ਼ੀ ਨਾਲ ਘਟਦਾ ਹੈ। ਕਿ ਜਦ GDP ਘਟਦੀ ਹੈ, ਇਹ ਸਾਡੇ ਵਰਗੇ ਦੇਸ਼ 'ਚ ਸਭ ਤੋਂ ਵੱਡੀ ਮਾਰ ਇਹ ਕਿਰਤੀਆਂ 'ਤੇ ਪੈਂਦੀ ਹੈ। ਉਹ ਕਿਰਤੀ ਉਹਨੇ ਜਿਨ੍ਹਾਂ ਨਾਲ ਮੰਡੀ ਚੱਲਦੀ ਹੈ। ਜਦੋਂ ਕਿਰਤੀਆਂ 'ਤੇ ਮਾਰ ਪਈ ਹੈ, ਜੇ ਆਪਾਂ ਦੇਖੀਏ ਇਹ ਕੋਈ ਅੱਜ ਨਵਾਂ ਫਨੋਮਨਾ ਨਹੀਂ, ਇਹ ਤਾਂ ਕੁਦਰਤ ਰੱਬ ਦੀ ਕਹਿਰ ਕਹਿ ਕੇ ਇਹ ਪੱਲਾ ਝਾੜਨ ਵਾਲੀ ਗੱਲ ਹੈ। ਇਹ ਆਪਾਂ ਚੱਲ ਜਾਂਦੇ 2016 'ਚ, ਆਪਾਂ ਚੱਲ ਜਾਂਦੇ 2017 'ਚ। ਡੀਮੋਨਟਾਈਜੇਸ਼ਨ ਉਹ ਤਾਂ ਅੱਜ ਨਹੀਂ ਹੋਈ। ਡੀਮੋਨਟਾਈਜੇਸ਼ਨ ਜਿਹੜੀ ਹੈਗੀ, GST ਉਹ ਵੀ ਅੱਜ ਨਹੀਂ ਹੋਇਆ। ਹੁਣ GST ਦਾ ਰੌਲਾ ਪੈ ਰਿਹਾ ਹੈ ਅਤੇ GST 'ਚ ਇਹ ਸਾਡੇ ਕੇਂਦਰੀ ਵਿੱਤ ਮੰਤਰੀ ਬੜਾ ਅਜੀਬ ਸੁਝਾਅ ਦਿੰਦੇ ਨੇ ਸਟੇਟਾਂ ਨੂੰ ਕਿ ਤੁਸੀਂ ਜਿਹੜਾ ਤੁਹਾਡਾ ਕਾਨੂੰਨੀ ਤੌਰ 'ਤੇ ਹਿੱਸਾ ਬਣਦਾ, ਕਾਨੂੰਨੀ ਤੌਰ 'ਤੇ ਉਹ ਤੁਸੀਂ ਲੋਨ ਲਓ। ਲੋਨ ਤਾਂ ਕੇਂਦਰ ਸਰਕਾਰ ਨੇ ਲੈਣਾ, ਉਹ ਕਹਿੰਦੇ ਤੁਸੀਂ ਲੋਨ ਲਓ। ਇਹ ਬੜਾ ਹਾਸਾ ਹੋਇਆ। ਕੁਝ ਸਟੇਟਾਂ ਨੇ ਅਪੋਜ਼ ਵੀ ਕੀਤਾ। ਹਾਲੇ ਚੱਲ ਰਿਹਾ GST ਕੌਂਸਲ ਦੀ ਮੀਟਿੰਗ ਹੋਊਗੀ। ਗੱਲ ਹੈ ਕਿ ਜਿਹੜਾ ਇਹ ਸੰਗੋੜ ਆਇਆ, ਸੰਗੋੜ ਆਉਣ ਨਾਲ ਜਿਹੜੇ ਵਰਕਿੰਗ ਕਲਾਸ ਹੈ, ਥੱਲੇ ਵਾਲਾ ਹਿੱਸਾ ਹੈ, ਇਹ ਉਹਦੀ ਰੋਜੀ ਰੋਟੀ 'ਤੇ ਬੜੀ ਲੱਤ ਵੱਜੀ ਹੈ। ਜਿਵੇਂ ਤੁਸੀਂ ਕੇਂਦਰ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਲੋਨ ਹੈ ਜਾਂ ਕਰਜ਼ ਲੈਣਾ ਅਤੇ ਉਹ ਸਿੱਧਾ ਜਾ ਕੇ ਕਰਜ਼ ਲੈ ਸਕਦੇ ਹੋ ਅਤੇ ਉਹਨੂੰ ਮੋੜਨਾ ਵੀ ਤੁਹਾਨੂੰ ਹੀ ਪੈਣਾ। ਪਰ ਕੀ ਕੇਂਦਰ ਸਰਕਾਰ ਇਹ ਜ਼ਰੂਰਤ ਕਰ ਸਕਦੀ ਹੈ ਕਿ GST ਦਾ ਜਿਹੜਾ ਹਿੱਸਾ ਸੂਬਿਆਂ ਦਾ ਬਣਦਾ ਹੈ ਕਿ ਉਹ ਵੀ ਅਸੀਂ ਨਹੀਂ ਲੈਂਦੇ, ਤੁਸੀਂ ਰੱਖ ਲਓ, ਸਾਂਭ ਲਓ?
ਉਹ ਜਿਹੜਾ ਹੈ ਇਹ ਜਿਹੜਾ ਸੈਂਟਰਲਾਈਜੇਸ਼ਨ ਆਫ ਫਾਈਨੈਂਸ ਹੈ ਐਂਡ ਸੋ ਮੈਨੀ ਅਦਰ ਆਸਪੈਕਟਸ, ਇਹ ਉਹਦੇ 'ਚ ਉਹਦਾ ਧੱਕੇ ਨਾਲ ਪਹਿਲਾਂ ਕੇਂਦਰੀਕਰਨ ਕਰ ਰਹੇ ਨੇ। ਉਹ ਕਿਉਂ ਕਰਨਗੇ? ਅਫਸੋਸ ਤਾਂ ਇਹ ਹੈ ਕਿ ਸਾਡੀਆਂ ਰੀਜਨਲ ਪਾਰਟੀਆਂ ਜਿਹੜੀਆਂ ਮਦਈ ਸੀ ਸੰਘੀ ਢਾਂਚੇ ਦੀਆਂ, ਇਹ ਉਹ ਵੀ ਅੱਡੀਆਂ ਚੱਕ ਕੇ ਫਾਹਾ ਲਿਆ GST ਦੇ ਵਿੱਚ, ਤਾਂ ਇਹਨੂੰ ਪਾਸ ਕੀਤਾ ਆਲ ਇੰਡੀਆ ਲੈਵਲ 'ਤੇ। ਅਤੇ ਹੁਣ ਸੰਘੀ ਢਾਂਚੇ ਦੀ ਸੰਘੀ ਘੁੱਟਣ 'ਚ ਕੁਛ ਉਹ ਰਾਸ਼ਟਰੀ ਪਾਰਟੀਆਂ ਨੇ ਜਿਹੜੀਆਂ ਸੰਘੀ ਢਾਂਚੇ ਦੀ ਅਹਿਦ ਲੈ ਕੇ ਤੁਰਦੀਆਂ ਹੁੰਦੀਆਂ ਸੀ, ਕਹਿੰਦੀ ਵੀ ਇਹਦੇ ਨਾਲ ਹੈ, ਇਹਦੇ ਨਾਲ ਸੀ, ਇਹਦੇ ਨਾਲ ਹੈ, ਅਤੇ ਆਉਣ ਵਾਲੇ ਵੀ ਟਾਈਮ 'ਚ ਇਹਦੇ ਨਾਲ ਰਹਾਂਗੇ। ਉਹ ਵੀ ਇਹ ਤੋਂ ਭੱਜ ਕੇ ਦੂਜੇ ਪਾਸੇ ਚਲੇ ਗਏ ਨੇ, ਹੈ ਨਾ। ਇਸ ਲਈ ਜਿਹੜਾ ਇਹ ਰੁਝਾਨ ਹੈ ਕੇਂਦਰੀਕਰਨ ਦਾ, ਇਹ ਮਾੜਾ ਰੁਝਾਨ ਹੈ ਕਿ ਹੁਣ ਕਾਨੂੰਨੀ ਤੌਰ 'ਤੇ ਜ਼ਿੰਮੇਵਾਰੀ ਤਾਂ ਕੇਂਦਰ ਦੀ ਬਣਦੀ ਹੈ ਪੈਸੇ ਦੇਣ ਦੀ। ਉਹ ਕਹਿੰਦੇ ਲੋਨ ਜਾਂ ਤਾਂ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਜਾਂ ਮਾਰਕੀਟ 'ਚੋਂ ਲਓ, ਹੈ ਨਾ। ਇਹਨਾਂ ਦਾ ਤਾਂ ਹਿੱਸਾ ਹੈ, ਇਹ ਕਿਉਂ ਲੈਣ? ਲੋਨ ਤਾਂ ਕੇਂਦਰ ਸਰਕਾਰ ਲਵੇ। ਬਿਲਕੁਲ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿ ਵੱਡੇ ਦੇਸ਼ ਪੱਧਰ ਦੇ ਉੱਤੇ ਚੁਣਿਆ ਹੀ ਉਹਨਾਂ ਲੋਕਾਂ ਨੂੰ ਇਸ ਕਰਕੇ ਹੈ ਕਿ ਉਹ ਲੋਕਾਂ ਦੀ ਨੁਮਾਇੰਦਗੀ ਕਰਨ। ਹੁਣ GDP ਦੇ ਜਿਹੜੇ ਘਟਣ ਦਾ ਜਾਂ ਕਹਿ ਲਓ ਸੁੰਗੜਨ ਦਾ ਜਿਹੜਾ ਵਿਸ਼ਾ ਚੱਲ ਰਿਹਾ, ਇਸ ਦੇ ਵਿੱਚ ਇੱਕੋ ਇੱਕ ਸੈਕਟਰ ਹੈ ਖੇਤੀਬਾੜੀ। ਖੇਤੀਬਾੜੀ ਸੰਕਟ ਵੀ ਚੱਲ ਰਿਹਾ, ਪਰ GDP ਨੂੰ ਜੇ ਭਾਰਤ ਦੇ ਵਿੱਚ ਜੇ 3% ਤੋਂ ਦੇ ਕਰੀਬ ਜਿਹੜਾ ਰਿਹਾ ਵਾਧਾ, ਉਹ ਸਿਰਫ ਖੇਤੀਬਾੜੀ ਦੇ ਵਿੱਚ ਹੈ ਕਿ ਕਿਸਾਨਾਂ ਦੀ ਕਿਰਤੀਆਂ ਦੀ ਹਿੰਮਤ ਹੈ ਕਿ ਉਸ ਨੂੰ ਥੱਲੇ ਨਹੀਂ ਡਿੱਗਣ ਦਿੱਤਾ। ਉਤਪਾਦਨ ਦੇ ਵਿੱਚ ਉਸ ਦੇ ਵਿੱਚ ਹੀ ਇਕੱਲਾ ਸੈਕਟਰ ਹੈ ਵਾਧਾ ਰਿਹਾ। ਪਰ ਖੇਤੀਬਾੜੀ ਦਾ ਹਾਲ ਪਹਿਲਾਂ ਵੀ ਮੰਦਾ ਹੈ, ਹੁਣ ਵੀ ਮੰਦਾ ਹੈ, ਪਰ GDP ਲਈ ਖੇਤੀਬਾੜੀ ਹਿੱਸਾ ਫਿਰ ਵੀ ਪਾ ਰਹੀ ਹੈ। ਤਾਂ ਫਿਰ ਖੇਤੀਬਾੜੀ ਵਾਲਿਆਂ ਨੂੰ ਉਹਨਾਂ ਮਾਣ ਸਤਿਕਾਰ ਕਿਉਂ ਨਹੀਂ ਹੈ? ਸੰਦੀਪ ਜੀ, ਕੁੱਲ ਜਿਹੜਾ GDP ਵਾਲਾ ਹੈ ਉਹ 'ਚੋਂ ਸਿਰਫ ਇੱਕੋ ਸਿਨੈਰੀਓ ਤੁਸੀਂ ਦੱਸਿਆ, ਆਸ ਦੀ ਕਰਨ ਖੇਤੀਬਾੜੀ ਹੈ। 3.4% ਉੱਥੇ ਵਾਧਾ ਹੈਗਾ, ਪਰ 3.4% ਜਿਹੜਾ ਵਾਧਾ ਹੈਗਾ ਉੱਥੇ ਅਫਸੋਸ ਹੈ ਕਿ ਜਿਹੜੇ ਵਾਧਾ ਕਰਨ ਵਾਲੇ ਨੇ ਉਹ 3 ਵਰਗ ਨੇ, ਕਿਸਾਨ, ਖੇਤ ਮਜ਼ਦੂਰ ਅਤੇ ਪਿੰਡੂ ਛੋਟੇ ਕਾਰੀਗਰ। ਇਹ ਉਹਨਾਂ ਦਾ ਜਿਹੜਾ ਇਲਾਕਾ ਉਹਨੂੰ ਹੋਰ ਘੁੱਟਿਆ ਜਾ ਰਿਹਾ ਹੈਗਾ। ਇਹ ਜਿਹੜਾ ਲੋਕਡਾਊਨ ਹੈ ਉਹ 'ਚ ਦੇਖੋ ਇਹ ਕਿਸਾਨਾਂ ਦੀ ਕੀ ਮਾੜੀ ਹਾਲਤ ਹੋਈ ਹੈ ਕਿ ਜਿਹੜੇ ਕਿਸਾਨ ਫਸਲੀ ਵਿਭਿੰਨਤਾ ਵੱਲ ਆਏ, ਖੇਤੀਬਾੜੀ ਵਿਭਿੰਨਤਾ ਵੱਲ ਆਏ, ਪੋਲਟਰੀ ਵਾਲੇ, ਪਿਗਰੀ ਵਾਲੇ, ਹਾਰਟੀਕਲਚਰ ਵਾਲੇ, ਹਾਂ, ਇਹ ਵੈਜੀਟੇਬਲ ਵਾਲੇ, ਇਹ ਉਹ ਤਾਂ ਸਾਰੇ ਬਰਬਾਦ ਹੋ ਗਏ, ਹੈ ਨਾ। ਉਹਨਾਂ ਬਾਰੇ ਸੋਚਿਆ ਨਹੀਂ ਗਿਆ। ਅਤੇ ਸਭ ਤੋਂ ਵੱਡੀ ਮਾਰ ਪਈ ਹੈ ਪੇਂਡੂ ਮਜ਼ਦੂਰਾਂ 'ਤੇ, ਚਾਹੇ ਉਹ ਖੇਤੀਬਾੜੀ ਮਜ਼ਦੂਰ ਸੀ, ਦੂਜਾ ਮਜ਼ਦੂਰ ਸੀ ਜਾਂ ਪਿੰਡੂ ਛੋਟਾ ਕਾਰੀਗਰ ਸੀ। ਉਹਨਾਂ ਦਾ ਰੁਜ਼ਗਾਰ ਹੀ ਜਾਂਦਾ ਰਿਹਾ, ਉਹਨਾਂ ਦੇ 2 ਡੰਗ ਦੀ ਰੋਟੀ ਹੋ ਜਾਂਦੀ ਰਹੀ। ਉਹਨਾਂ ਦੀ ਹਾਲਤ ਬਹੁਤ ਮਾੜੀ ਹੋਈ ਹੈ। ਅਤੇ ਇਸੇ ਤਰ੍ਹਾਂ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਉਹਦੀ ਵੀ ਮਾੜੀ ਹਾਲਤ ਹੋਈ ਹੈ, ਭਾਵੇਂ ਉਹ ਸਾਡੇ ਐਗਰੀਕਲਚਰ ਦਾ ਹਿੱਸਾ ਹੈਗਾ, ਇਹ ਪਰ ਉਹ ਅਨਸਰਟਨਟੀ ਕਰਕੇ ਕਿੰਨਾ ਇੱਥੋਂ ਭੱਜ ਕੇ ਗਿਆ ਹੈਗਾ ਖੇਤੀਬਾੜੀ 'ਚ। ਇਹ ਉਹਨਾਂ ਦੀ ਮਾਰ ਅਸਹਿ ਸੀ ਜਿਹੜੀ ਮਜ਼ਦੂਰਾਂ ਵਾਲੀ ਹੈ, ਉਹ ਕਿਸਾਨਾਂ ਦੇ ਮੁਕਾਬਲੇ 'ਚ ਵੱਡੀ ਹੈ। ਇਹ ਕੇਂਦਰ ਸਰਕਾਰ ਨੇ ਜਿਹੜੇ 3 ਆਰਡੀਨੈਂਸ ਲਿਆਂਦੇ ਨੇ, ਪਾਸ ਕਰਤੇ, ਉਹਦਾ ਮਤਲਬ ਆਰਡੀਨੈਂਸ ਲਿਆਂਦੇ ਨੇ, ਨੋਟੀਫਿਕੇਸ਼ਨ ਹੋ ਗਿਆ। ਇਹ ਉਹ ਵੀ ਖੇਤੀਬਾੜੀ ਨੂੰ ਕਾਰਪੋਰੇਟ ਜੱਗ ਦੇ ਹਵਾਲੇ ਕਰ ਰਹੇ ਨੇ, ਹੈ ਨਾ। ਅਤੇ ਜੇ ਉਹ ਹੋ ਗਿਆ, ਉਹਦੇ ਨਾਲ ਕਿਸਾਨੀ, ਖੇਤ ਮਜ਼ਦੂਰ ਅਤੇ ਪਿੰਡੂ ਕਾਰੀਗਰ ਹੋਰ ਵੱਡੇ ਪੱਧਰ 'ਤੇ ਦੁਰਕਾਰਿਆ ਅਤੇ ਉਜਾੜਿਆ ਜਾਊਗਾ। ਕਿਉਂਕਿ ਜਦੋਂ ਮੰਡੀਕਰਨ ਨੂੰ ਸ਼ੁਰੂ ਵਿੱਚ ਤਾਂ ਉਹ ਭੁਲੇਖਾ ਦੇ ਸਕਦਾ ਕਿ ਕੁਛ ਜਿਹੜੀਆਂ APMC ਮੰਡੀਆਂ ਨੇ ਉਹਦੇ ਨਾਲੋਂ ਅੱਗੇ ਜਾ ਰਿਹਾ ਕੰਮ। ਅਲਟੀਮੇਟਲੀ ਉਹਨਾਂ ਦਾ ਧਰਮ ਨਫਾ ਹੈ। ਜਿਹੜੇ ਮੰਡੀ ਵਾਲੇ ਦਾ ਭਾਵ ਇੱਕ ਵਾਰੀ ਤਾਂ ਚੋਕ ਖਿਲਾਰ ਕੇ ਦਿਖਾਇਆ ਜਾ ਸਕਦਾ ਹੈ, ਮੈਂ ਦੱਸਦਾ ਕੀ ਹੈ। APMC ਮੰਡੀ ਦੀ ਮੰਨ ਲਓ 200 ਰੁਪਈਆ ਫੀਸ ਹੈ ਟੋਟਲ ਕਿਸੇ ਪ੍ਰੋਡਕਟ 'ਤੇ। ਉਹ 'ਚੋਂ ਜੇ 100 ਰੁਪਈਆ ਫਾਲਤੂ ਦੇ ਦੇਣਗੇ ਕਿਸਾਨ ਨੂੰ ਲੱਗੂਗਾ, ਅਤੇ ਇਹਦੇ ਪ੍ਰਾਈਵੇਟ ਮੰਡੀਆਂ ਵਾਲੇ ਵਧੀਆ ਨੇ, ਹੈ ਨਾ, ਅਤੇ ਉਹਨਾਂ ਨੂੰ 100 ਉੱਧਰੋਂ ਵੱਜੂਗਾ। ਪਰ ਕਿੰਨੀ ਕੁ ਦੇਰ ਦੇ ਦੇਣਗੇ 100? ਇਹਨਾਂ ਦਾ ਜਿਹੜਾ ਰੂਹ ਹੈ ਉਹ ਨਫੇ ਦੀ ਰੂਹ ਹੈ। ਇਹਨਾਂ ਤਾਂ ਫਿਰ ਮੁੜ ਕੇ ਜਿਹੜਾ ਹੈਗਾ ਮੰਡੀਕਰਨ 'ਚ ਕਿਹਾ ਤਾਂ ਇਹ ਜਾ ਰਿਹਾ ਕਿ MSP ਰਹੂਗੀ। ਇਹ ਮੰਡੀਕਰਨ ਦੇ ਬਾਰੇ ਤਾਂ ਨਹੀਂ ਕਹਿੰਦੇ, MSP ਰਹੂਗੀ। ਰੌਲਾ ਇਹ ਹੈ ਕਿ ਜੇ ਮੰਡੀਆਂ ਤੋਂ ਬਾਹਰ ਜਾ ਰਿਹਾ ਉਹਦੀ ਰੈਲੇਵੈਂਸ ਘਟ ਗਈ, ਉਹਦਾ ਬਿਸਤਰਾ ਗੋਲ ਕਰਤਾ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਮੰਡੀਆਂ 'ਚ ਜਿਹੜੇ ਵੱਡੇ ਵਪਾਰੀ ਕੰਪਨੀਆਂ ਜਾਂ ਕਾਰਟਲ ਖਰੀਦਣਗੇ, ਉਹ ਛੋਟਿਆਂ ਦਾ ਉਈਂ ਇਗਨੋਰ ਕਰ ਦੇਣਗੇ। ਮੈਂ ਤੁਹਾਨੂੰ ਅਮਰੀਕਾ ਦੀ ਉਦਾਹਰਨ ਦੇ ਦਿੰਦਾ। ਅਮਰੀਕਾ 'ਚ ਜਿੱਥੇ ਕੰਟਰੈਕਟ ਹੁੰਦੇ ਆ ਅਤੇ ਵੱਡੇ ਕਿਸਾਨਾਂ ਦੇ ਹੁੰਦੇ, ਬਹੁਤੇ ਵੱਡੇ ਕਿਸਾਨਾਂ ਦੇ, ਛੋਟੇ ਕਿਸਾਨ ਆਪਦੀ ਫਸਲ ਬਹੁਤ ਸਸਤੀ ਵੱਡੇ ਕਿਸਾਨਾਂ ਨੂੰ ਵੇਚਦੇ ਆ ਕਿ ਤੁਸੀਂ ਆਪਦਾ ਅੱਗੇ ਵੇਚੋ। ਇਹ ਸਾਡੇ ਵਾਲਾ ਕਿਸਾਨ ਕੀ ਕਰੂਗਾ ਫਿਰ ਛੋਟਾ? ਇੱਥੇ ਦਾ MSP 'ਚ ਤਾਂ ਫਿਰ ਵੀ ਉਹਦੀ ਕੁਛ ਨਾ ਕੁਛ ਬੱਚਤ ਹੈਗੀ। ਮੈਂ ਤੁਹਾਡੀ ਗੱਲ ਰੋਕਣੀ ਚਾਹੁੰਦਾ। ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ BJP ਦੀ ਭਾਈਵਾਲ ਹੈ, ਸਭ ਜਾਣਦੇ ਆ, ਉਹ ਇੱਕੋ ਦਲੀਲ ਜਦੋਂ ਵੀ ਆਉਂਦੇ ਆ, ਜਦੋਂ ਮੀਡੀਆ ਵੱਲੋਂ ਸਵਾਲ ਹੁੰਦਾ ਕਿ ਤੁਸੀਂ ਇਸ ਦਾ ਵਿਰੋਧ ਕਿਉਂ ਨਹੀਂ ਕਰ ਰਹੇ, ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ, ਕਾਂਗਰਸ ਸੱਤਾ ਵਿੱਚ ਹੈ, ਉਹ ਵੀ ਇਸ ਦਾ ਵਿਰੋਧ ਕਰ ਰਹੀ ਹੈ ਅਤੇ ਵਿਧਾਨ ਸਭਾ ਦੇ ਵਿੱਚ ਮਤੇ ਵੀ ਪਾਸ ਹੋ ਗਏ ਇਸ ਦੇ ਵਿਰੋਧ। ਅਤੇ ਅਕਾਲੀ ਦਲ ਅਜੇ ਵੀ ਉਸੇ ਗੱਲ 'ਤੇ ਟਿਕਿਆ ਹੋਇਆ ਕਿ ਮੈਨੂੰ ਕਿਤੇ ਗੱਲ ਕਹਿ ਕੇ ਵਿਖਾਓ ਕਿ ਕਿੱਥੇ ਲਿਖਿਆ
ਕਿ MSP ਖਤਮ ਕਰਾਂਗੇ ਤਾਂ ਇਹ ਮਾਜਰਾ ਕੀ ਹੈ? ਉਹ ਉੱਥੇ ਹੀ ਅੜੇ ਹੋਏ ਆ। ਦੇਖੋ ਜਿਹੜੀ ਹੈ ਗੱਲ, ਅਕਾਲੀ ਦਲ ਉਹ ਪਾਰਟੀ ਹੈ ਜਿਹਨੇ ਬਹੁਤ, ਸ਼੍ਰੋਮਣੀ ਅਕਾਲੀ ਦਲ ਜਿਹਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ, ਬੜੇ ਮੋਰਚੇ ਲਾਏ ਨੇ, ਪਰ ਜਿਹੜਾ ਸੰਘੀ ਢਾਂਚਾ ਹੈ ਉਹ 'ਚ ਅਨੰਦਪੁਰ ਸਾਹਿਬ ਦੇ ਮਤੇ ਵਾਲੇ ਵੀ ਇਹ ਨੇ। ਇਹਨਾਂ ਨੇ ਅਹਿਦ ਵੀ ਲਿਆ ਸੀ ਕਿ ਸੰਘੀ ਢਾਂਚੇ ਦਾ, ਪਰ ਇਸ ਇਸ਼ੂ 'ਤੇ ਤਾਂ ਉਹ ਸੰਘੀ ਢਾਂਚੇ ਸੰਘੀ ਘੁੱਟਣ ਵਾਲੇ ਨੇ। ਇਹ ਜਿਹੜੀ ਕਹਿੰਦੇ MSP ਕਿੱਥੇ ਲਿਖਿਆ ਹੈ, ਇਹ MSP ਜੇ ਲਿਖਿਆ ਨਹੀਂ ਹੋਇਆ ਤਾਂ ਲੁਕਮਾ ਸੱਚ ਹੈ ਜਿਹੜਾ ਕਿ ਉਜਾਗਰ ਹੋ ਚੁੱਕਿਆ। ਬਈ ਜਦੋਂ ਇਹ MSP ਦੇ ਬਰਾਬਰ ਦੂਜੀਆਂ ਮੰਡੀਆਂ ਖੜੀਆਂ ਕਰਤੀਆਂ ਤੇ ਉੱਥੇ 100 ਰੁਪਇਆ ਵੱਧ ਮਿਲਣ ਲੱਗ ਗਿਆ ਤੇ ਉਹ ਮੰਡੀਆਂ ਲੱਗਣ ਲੱਗ ਗਿਆ ਇਰੈਲੇਵੈਂਟ ਹੋ ਗਈਆਂ, ਜਲਦੀ ਖਤਮ ਹੋਣਗੀਆਂ, ਰੈਲੇਵੈਂਟ ਖਤਮ ਹੋ ਗਈਆਂ ਤੇ ਸਰਕਾਰ ਨੇ ਉਦੋਂ ਭੱਜਣਾ। ਮੈਂ ਦੱਸਦਾ MSP ਕਿੱਥੇ ਲਿਖਿਆ ਹੋਇਆ ਹੈਗਾ। ਪਹਿਲੀ ਗੱਲ ਤਾਂ ਸ਼ਾਂਤਾ ਕੁਮਾਰ ਕਮੇਟੀ ਕਿਹਦੀ ਹੈ? NDA ਦੀ, ਇਹਨਾਂ ਦਾ MP ਸੀ। ਉਹਨੇ ਰਿਕਮੈਂਡ ਕੀਤਾ ਕਿ MSP ਦੀ ਲੋੜ ਹੀ ਨਹੀਂ ਹੈਗੀ, ਉਹਦਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ। ਫਿਰ 3 ਜੂਨ ਨੂੰ ਇਹ ਆਰਡੀਨੈਂਸ ਪਾਸ ਕੀਤੇ ਦੀ ਕੇਂਦਰੀ ਕੈਬਨਿਟ ਨੇ ਤੇ 5 ਜੂਨ ਨੂੰ ਰਾਸ਼ਟਰਪਤੀ ਨੇ ਸਾਈਨ ਕੀਤੇ ਹੈ ਤੇ 11 ਜੂਨ ਨੂੰ ਨਿਤਿਨ ਗਡਕਰੀ ਨੇ ਬਿਆਨ ਦਿੱਤਾ ਕਿ ਜਿਹੜੀ ਸਾਡੀ MSP ਹੈ ਇਹ ਸਾਡੀ ਡੋਮੈਸਟਿਕ ਤੇ ਇੰਟਰਨੈਸ਼ਨਲ ਮਾਰਕੀਟ ਨੂੰ ਬਹੁਤ ਜ਼ਿਆਦਾ, ਜਿਹੜੀ ਦੇਸ਼ ਲਈ ਖਤਰਾ ਹੈ। ਜਦ ਉਹ ਖਤਰਾ ਦੱਸਦਾ ਹੈ ਤਾਂ MSP ਨੂੰ ਖਤਮ ਕਰਨ ਦਾ ਸਿੱਧਾ ਸੁਨੇਹਾ ਹੈਗਾ। ਬਾਅਦ 'ਚ ਫਿਰ ਜਦ ਕ੍ਰਿਟਿਸਿਜ਼ਮ ਵੱਧਦਾ ਤੇ ਕਿਸਾਨਾਂ ਜ਼ੋਰ ਪੈਂਦਾ, ਕਿਸਾਨ ਜਥੇਬੰਦੀਆਂ ਦਾ, ਫਿਰ ਉਹ ਪਲਟੀ ਮਾਰਦਾ ਹੈਗਾ ਜਿਹੜਾ ਇਹ ਤੋਂ ਕਿ ਜਿਹੜੀ ਹੈਗੀ MSP ਤੋਂ। ਰੌਲਾ ਇਹ ਹੈ ਕਿ MSP ਦੇ ਖਤਮ ਹੋਣ ਤੋਂ ਬਾਅਦ ਜਿਹੜਾ ਕੁਝ ਦੱਸਿਆ ਜਾ ਰਿਹਾ ਸਾਨੂੰ ਅਕਾਲੀ ਦਲ 'ਚ, ਤਾਂ ਸਾਨੂੰ ਇਹ ਦੱਸਿਆ ਜਾ ਰਿਹਾ ਹੈ ਇਹ ਸੁਖਬੀਰ ਬਾਦਲ ਉਹਨਾਂ ਨੇ ਕਿਹਾ ਚਿੱਠੀ ਆਈ ਹੈ। ਜਦੋਂ ਚਿੱਠੀ ਆਈ ਹੈ, ਚਿੱਠੀ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਦੀ ਹੈ। ਜਿਹੜੀ MSP ਹੈ ਉਹ ਤਾਂ ਕੇਂਦਰੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਡਿਸਾਈਡ ਕਰਦੀ ਹੈ, ਉਹਦਾ ਖੇਤੀਬਾੜੀ ਮੰਤਰੀ ਕਰਦਾ ਹੀ ਨਹੀਂ ਹੈਗਾ। ਨਾਲੇ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। MSP 23 ਫਸਲਾਂ ਦੀ ਅਨਾਉਂਸ ਕੀਤੀ ਜਾਂਦੀ ਹੈ, ਸਿਰਫ 2 ਫਸਲਾਂ ਥੋੜ੍ਹੇ ਇਲਾਕਿਆਂ 'ਚੋਂ ਖਰੀਦੀਆਂ ਜਾਂਦੀਆਂ ਨੇ। ਜੇ MSP ਸਾਰੀਆਂ ਫਸਲਾਂ ਦੀ ਵੀ ਕਰ ਦੇਣ ਉਹ ਤਾਂ ਖਰੀਦਣ ਨਾ, ਅਸੀਂ ਉਹ MSP ਨੂੰ ਕੀ ਕਰਾਂਗੇ? ਇਸ ਲਈ ਜਿਹੜੀ ਇਹ MSP ਹੈ ਇਹ ਰੈਲੇਵੈਂਟ ਹੋ ਜੂਗੀ ਤੇ ਪ੍ਰੋਕਿਉਰਮੈਂਟ ਤੋਂ ਵੀ ਸਰਕਾਰ ਦੀ ਭੱਜਣ ਦੀ ਤਿਆਰੀ ਹੈ। ਘੱਟੋ ਘੱਟ ਸਮਰਥਨ ਮੁੱਲ ਤੇ ਜਿਹੜੇ ਫਸਲਾਂ ਦੇ ਰੇਟ ਤੈਅ ਕੀਤੇ ਗਏ ਆ, ਮੁੱਲ ਤੈਅ ਕੀਤੇ ਗਏ ਆ, ਜੇ ਉਹ ਨਹੀਂ ਮਿਲਦੇ ਤੇ ਉਸ ਦਾ ਵੀ ਕੋਈ ਲਾਭ ਨਹੀਂ ਹੋਣ ਵਾਲਾ। MSP ਜਿਹੜਾ ਹੈਗਾ ਉਹ ਵੀ ਖਤਮ ਕਰਨ ਦਾ ਤੁਸੀਂ ਦੱਸਿਆ ਕਿ ਰਾਹ ਖੋਲ੍ਹਿਆ ਜਾ ਰਿਹਾ ਲੁਕਵੇਂ ਢੰਗ ਦੇ ਨਾਲ। ਨਹੀਂ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ। ਇਹ ਮੱਕੀ, ਇਹਦੀ MSP 1850 ਹੈ, 800 ਤੋਂ 1000 ਵਿਕ ਰਹੀ ਹੈਗੀ। ਗੰਨਾ MSP ਤੇ ਵਿਕ ਰਿਹਾ, ਪਰ 5-5 ਸਾਲ ਕਿਸਾਨਾਂ ਨੂੰ ਧਰਨੇ ਦੇਣੇ ਪੈਂਦੇ ਨੇ ਉਹਦੀ ਪੇਮੈਂਟ ਲੈਣ ਲਈ, ਹੈ ਨਾ। ਫਿਰ ਸਰਕਾਰ ਗੰਨਾ ਮਿੱਲਾਂ ਨੂੰ ਮਤਲਬ ਹੈਲਪ ਕਰਦੀ ਹੈ ਤਾਂ ਪੇਮੈਂਟ ਹੁੰਦੀ ਹੈ, ਫਿਰ ਉਹ MSP ਨੂੰ ਕੀ ਕਰਾਂਗੇ? ਬਿਲਕੁਲ, ਮੱਕੀ ਦੀ ਤੁਸੀਂ ਉਦਾਹਰਨ ਦਿੱਤੀ ਹੈ। ਬਹੁਤ ਫਸਲ ਹੁੰਦੀ ਹੈ ਖਿੱਤਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿ ਮੱਕੀ ਦੀ ਫਸਲ, ਪਰ ਉਸਦਾ ਘੱਟੋ ਘੱਟ ਸਮਰਥਨ ਮੁੱਲ ਨਹੀਂ ਮਿਲ ਰਿਹਾ। ਇੱਥੇ ਅਸੀਂ ਗੱਲ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਰੋਲ ਦੀ ਕੀਤੀ ਹੈ, ਦੂਜੇ ਪਾਸੇ ਜਿਹੜੇ ਪੰਜਾਬ ਸਰਕਾਰ ਵਾਲੇ, ਕਾਂਗਰਸ ਸਰਕਾਰ ਹੈ ਜਿਹੜੀ ਸੱਤਾ ਦੇ ਵਿੱਚ ਹੈ, ਉਸਨੇ ਜਿਹੜਾ ਮਤਾ ਤਾਂ ਵਿਰੋਧ ਵਿੱਚ ਪਾਸ ਕਰ ਦਿੱਤਾ, ਪਰ ਅਕਾਲੀ ਦਲ ਦੇ ਆਗੂ ਉਹਨਾਂ ਨੂੰ ਵੀ ਇਸ ਕਰਕੇ ਘੇਰਦੇ ਆ ਕਿ ਥੋੜੇ ਦਿਨ ਪਹਿਲਾਂ ਤਾਂ 2-3 ਸਾਲ ਪਹਿਲਾਂ ਦੀ ਗੱਲ ਦੱਸਦੇ ਆ 2017 ਦੀ, ਕਿ ਉਹ ਵੀ ਤਾਂ ਇਸੇ ਰਾਹ ਤੇ ਤੁਰੇ ਆ। ਕਾਰਪੋਰੇਟ ਜਿਹੜੀ ਖੇਤੀ ਹੈ ਜਾਂ ਕੰਟਰੈਕਟ ਖੇਤੀ ਜਿਹਨੂੰ ਕਹਿੰਦੇ ਆਪਾਂ, ਵੀ ਉਸੇ ਦੇ ਉੱਤੇ ਮੋਹਰ ਲਾਉਣ ਵਾਲੇ ਵੀ ਕੈਪਟਨ ਹੈ। ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਕੁ ਆ? ਦੇਖੋ, ਗੱਲ ਇਹ ਹੈ ਕਿ ਜੇ ਵੱਡੇ ਸੰਦਰਭ ਵਿੱਚ ਸਮਝਣਾ ਹੋਵੇ ਤਾਂ 1991 ਤੋਂ ਬਾਅਦ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਦੇਸ਼ 'ਚ ਅਪਣਾਈਆਂ ਗਈਆਂ ਨੇ, ਉਹ 'ਚ UPA NDA ਇਹ ਸਾਰੇ ਹੀ ਇਸ ਲਾਈਨ ਤੇ ਤੁਰੇ ਹੋਏ ਨੇ। ਹੁਣ ਬੁਲਡੋਜ਼ਰ ਵੱਡਾ ਹੋ ਗਿਆ ਤੇ ਤੇਜ਼ੀ ਨਾਲ ਤੁਰ ਪਿਆ। ਬੁਲਡੋਜ਼ਰ ਤਾਂ ਪਹਿਲਾਂ ਤੋਂ ਚੱਲਦਾ ਆ ਰਿਹਾ ਹੈਗਾ, ਡਰਾਈਵਰ ਬਦਲ ਰਹੇ ਆ, ਡਰਾਈਵਰ ਵੀ ਬਦਲ ਗਏ ਤੇ ਉਹਦੀ ਗਤੀ ਵੀ ਬਦਲ ਗਈ, ਵਜਨ ਵੀ ਵੱਧ ਗਿਆ, ਹੈ ਨਾ। ਹੁਣ ਤੇਜ਼ੀ ਨਾਲ ਵੱਧ ਰਿਹਾ। ਇਸ ਲਈ ਜਿਹੜਾ ਕੁਝ ਕੈਪਟਨ ਨੇ 2017 'ਚ ਕੀਤਾ ਸੀ ਉਹ ਵੀ ਐਂਟੀ ਫਾਰਮਰ ਸੀ, ਪਰ ਉਹ ਛੋਟੇ ਲੈਵਲ ਤੇ ਸੀ। ਉਹ 'ਚ ਸਟੇਟ ਦਾ ਕੰਟਰੋਲ ਦੱਸਿਆ ਜਾ ਰਿਹਾ ਕਿ ਸਰਕਾਰ ਕਰ ਸਕਦੀ ਸੀ। ਇਹ 'ਚ ਤਾਂ ਸਰਕਾਰ ਨੂੰ ਇੱਕ ਪਾਸੇ ਕਰਤਾ, ਇਹ 'ਚ ਤਾਂ ਸਾਰਾ ਸਰਕਾਰ ਦੀ ਦਖਲ ਅੰਦਾਜ਼ੀ ਉਹ ਖਤਮ ਕਰਤੀ, ਹੈ ਨਾ। ਇਹ 'ਚ ਤਾਂ ਸਾਰਾ ਕੁਛ ਖੁੱਲ੍ਹੀ ਮੰਡੀ ਲਈ ਛੱਡਤਾ। ਖੁੱਲ੍ਹੀ ਮੰਡੀ ਦਾ ਦੂਜਾ ਨਾਮ ਬੇਲਗਾਮ ਮੰਡੀ ਹੁੰਦਾ। ਜਦ ਬੇਲਗਾਮ ਜਾਨਵਰ ਹੋ ਜਾਂਦਾ ਹੈ ਉਹ ਕਿੰਨਾ ਕਿ ਨੁਕਸਾਨ ਕਰਦਾ ਤੁਸੀਂ ਦੇਖ ਸਕਦੇ ਹੋ। ਟੱਕਰਾਂ ਬਹੁਤ ਥਾਵਾਂ ਤੇ ਮਾਰਦਾ ਤੇ ਪਰ ਜੇ ਇਹ ਬੇਲਗਾਮ ਮੰਡੀ ਹੋਊਗੀ ਇਹ ਫਿਰ ਕਿਸਾਨੀ ਦਾ ਦੁਰਕਾਰਾ ਤੇ ਉਜਾੜਾ ਵੱਡੇ ਲੈਵਲ ਤੇ ਕਰੂਗੀ। ਜੀ, ਅਸੀਂ ਜਿਵੇਂ ਸ਼ੁਰੂਆਤ ਵਿੱਚ ਗੱਲ ਕੀਤੀ ਹੈ ਕਿ GDP ਦਾ ਸੁੰਗੜਨਾ ਤੇ ਉਸ ਦਾ ਅਸਰ, ਫਿਰ ਇਸ ਦੇ ਹੱਲ ਕਿੱਥੇ ਤੁਹਾਨੂੰ ਦਿਖਦੇ ਆ ਕਿ ਜਿਹੜੀ ਸੁੰਗੜ ਵਿੱਚ, ਕਿਉਂਕਿ ਜਦੋਂ ਵਾਧਾ ਕਰਨਾ ਹੁੰਦਾ GDP ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਇੰਨੀ ਕੁ ਗੱਲ ਕਿ 1-2% ਵੀ ਵਾਧਾ ਕਈ ਸਾਲ ਲੱਗ ਜਾਂਦੇ ਆ ਕਰਨ ਤੇ ਇਹ ਥੋੜੇ ਜਿਹੇ ਸਮੇਂ ਵਿੱਚ 23% ਤੋਂ ਵੀ ਵੱਧ ਥੱਲੇ ਡਿੱਗ ਜਾਣੀ ਹੈ ਜਿਹੜੀ GDP। ਹੁਣ ਉੱਠਾਂਗੇ ਕਿਵੇਂ, ਖੜੇ ਕਿਵੇਂ ਹੋਵਾਂਗੇ? ਸੰਦੀਪ ਜੀ, ਪਹਿਲੀ ਗੱਲ ਸਾਨੂੰ ਇਹ ਸਮਝਣੀ ਚਾਹੀਦੀ ਹੈ ਕਿ ਆਰਥਿਕ ਵਿਕਾਸ ਮਹੱਤਵਪੂਰਨ ਹੁੰਦਾ, ਪਰ ਜੇ ਜਮਾ ਹੋਵੇ, ਪੋਜ਼ਿਟਿਵ ਹੋਵੇ, ਹੈ ਨਾ,
ਪਰ ਇਹ ਜ਼ਰੂਰੀ ਨਹੀਂ ਕਿ ਜਮਾਂ ਆਰਥਿਕ ਵਿਕਾਸ ਵੀ ਸਾਰਿਆਂ ਲਈ ਸਾਰਥਕ ਹੋਵੇ। ਰੌਲਾ ਇਹ ਹੁੰਦਾ ਕਿ ਜਿਹੜਾ ਸਾਡਾ ਆਰਥਿਕ ਵਿਕਾਸ ਹੈ ਉਹ ਕਿਵੇਂ ਹੋ ਰਿਹਾ ਤੇ ਕਿਹਨਾਂ ਲਈ ਹੋ ਰਿਹਾ ਹੈ, ਇਹ ਦੇਖਿਆ ਹੋਵੇ, ਕਿਹੜੀ ਧਿਰ ਲਈ ਹੋ ਰਿਹਾ, ਕਿਵੇਂ ਹੋ ਰਿਹਾ। ਪਹਿਲੀ ਗੱਲ ਕਿਵੇਂ, ਕਿ ਅਸੀਂ ਦੇਸ਼ ਦਾ ਵਾਤਾਵਰਨ ਤਾਂ ਨਹੀਂ ਖਰਾਬ ਕਰ ਰਹੇ, ਦੇਸ਼ ਦੇ ਕੁਦਰਤੀ ਸਾਧਨ ਤਾਂ ਨਹੀਂ ਖਰਾਬ ਕਰ ਰਹੇ, ਆਉਣ ਵਾਲੀਆਂ ਪੀੜ੍ਹੀਆਂ ਦਾ ਹਿੱਸਾ ਤਾਂ ਨਹੀਂ ਖਾ ਰਹੇ, ਉਹ ਸਾਨੂੰ ਦੇਖਣਾ ਬਣਦਾ। ਜੇ ਅਸੀਂ ਜੰਗਲਾਂ ਦੇ ਸੰਬੰਧ 'ਚ ਦੇਖੀਏ, ਇਹ ਆਲ ਇੰਡੀਆ ਲੈਵਲ 'ਤੇ 21.67% ਜੰਗਲ ਹੈ, ਪੰਜਾਬ 'ਚ 3.67% ਜੰਗਲ ਹੈ, ਅਸੀਂ ਉਜਾੜ ਤੇ। ਫਿਰ ਸਾਡੇ ਜਿਹੜਾ ਵਾਤਾਵਰਨ ਦਾ ਪ੍ਰਦੂਸ਼ਣ ਹੈ ਉਹ ਅਸੀਂ ਫਸਲੀ ਚੱਕਰ ਇਹੋ ਜਿਹੇ ਦਿੱਤੇ ਨੇ। ਪੰਜਾਬ ਦੇ ਸਿਰ ਝੋਨੇ ਦੀ ਫਸਲ ਮੜੀ ਹੋਈ ਹੈ ਕਿ ਉਹ ਨਾਲ ਤਾਂ ਇਹਨਾਂ ਨੂੰ ਗਾਲਾਂ ਕੱਢੀ ਜਾਂਦੇ ਆ, ਪੰਜਾਬ ਵਾਲਿਆਂ ਨੂੰ, ਕਿਸਾਨਾਂ ਨੂੰ ਖਾਸ ਕਰਕੇ ਵੀ ਅੱਗ ਲਾਉਂਦੇ ਨੇ, ਨਾਲੇ ਸਾਡੇ ਸਿਰ ਮੜਿਆ ਹੈਗਾ। ਇਸ ਲਈ ਜਿਹੜਾ ਉਹ ਵਿਕਾਸ ਹੈ ਪੋਜ਼ੀਟਿਵ ਹੋਣ ਦੇ ਬਾਵਜੂਦ ਵੀ ਮਾੜਾ ਹੁੰਦਾ ਹੈ। ਅਤੇ ਰੌਲਾ ਹੈਗਾ ਕਿਹਨਾਂ ਲਈ ਹੋ ਰਿਹਾ, ਇਹ ਕਿਹਨਾਂ ਲਈ ਹੈ ਕਿ ਦੇਸ਼ 'ਚ ਆਰਥਿਕ ਪਾੜਾ ਵੱਧ ਰਿਹਾ ਜਾਂ ਘਟ ਰਿਹਾ ਹੈ। ਜਿਹੜਾ ਪਲੈਨਿੰਗ ਪੀਰੀਅਡ ਹੈ 1951 ਤੋਂ ਲੈ ਕੇ 80 ਤੱਕ ਸਾਡੇ ਦੇਸ਼ 'ਚ ਆਰਥਿਕ ਪਾੜਾ ਘਟਿਆ। 1980 ਤੋਂ ਬਾਅਦ ਸਾਡਾ ਆਰਥਿਕ ਪਾੜਾ ਵਧਿਆ ਅਤੇ 1991 ਤੋਂ ਬਾਅਦ ਤੇਜ਼ੀ ਨਾਲ ਵਧਣਾ ਸ਼ੁਰੂ ਹੋਇਆ। ਜਿਹੜਾ ਸਾਡਾ ਆਰਥਿਕ ਵਿਕਾਸ, ਇਹ ਉੱਚੀ ਵਿਕਾਸ ਦਰ ਦੀ ਗੱਲ ਕੀਤੀ ਹੈ, ਉਹਦੇ ਨਾਲ ਤਾਂ ਸਾਡਾ ਆਰਥਿਕ ਪਾੜਾ 1% ਤੇ 99% ਵਾਲਾ ਲਗਾਤਾਰ ਵਧ ਰਿਹਾ, ਅਤੇ 1% ਜਿਹੜੇ ਉੱਪਰਲੇ ਨੇ ਉਹ ਨਵੀਂ ਪੈਦਾ ਹੋਈ ਵੈਲਥ ਦਾ ਇਹ 70% ਤੋਂ ਵੱਧ ਇਕੱਲੇ ਇਕੱਠੇ ਕਰ ਰਹੇ ਨੇ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਬਾਕੀ 99% ਕਿੱਥੇ ਜਾਊ। ਬਿਲਕੁਲ, ਜਿਵੇਂ ਆਰਥਿਕ ਪਾੜੇ ਦੇ ਨਾਲ ਇੱਕ ਵਰਗ ਉਹ ਹੈ, ਇੱਕ ਤਬਕਾ ਉਹ ਹੈ, ਵਰਕਿੰਗ ਕਲਾਸ ਦੀ ਗੱਲ ਕਰੀਏ ਤਾਂ ਇੱਕ ਪਾਸੇ ਬੜੇ ਪੈਸੇ ਜਾ ਰਹੇ ਆ, ਨਿਚੋੜੇ ਜਾ ਰਹੇ ਆ ਲੋਕ, ਪੱਲੇ ਕੁਝ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ। ਇੱਕ ਪਾਸੇ ਵਿਹਲੀਆਂ ਖਾਣ ਵਾਲੇ ਵੀ ਬੰਦੇ ਮਿਲ ਜਾਂਦੇ ਆ। ਇਹ ਆਪਣੇ ਦੇਸ਼ ਦੇ ਫਨੋਮੇਨਾ ਜਿਹੜਾ ਬਣਿਆ ਹੋਇਆ, ਸਥਿਤੀ ਬਣੀ ਹੋਈ ਹੈ, ਹਾਲਾਤ ਬਣੇ ਹੋਏ ਆ। ਜੇ ਅਸੀਂ ਗੱਲ ਕਰੀਏ ਕਿ ਇਹਦਾ ਸਟੀਕ ਹੱਲ ਕੀ ਹੈ, ਸੁਝਾਵਾਂ ਦੀ, ਇਹ ਇੱਥੇ ਸਿਰਫ ਮੈਂ ਇੱਕ ਗੱਲ ਹੋਰ ਕਰਨੀ ਚਾਹੂੰਗਾ। ਜਿਹੜੀ ਔਰਤਾਂ ਦੇ ਚਾਦਰ ਲੈਂਦੇ, ਜਿਹਨੂੰ ਚੁੰਨੀ ਕਹਿੰਦੇ ਆ, ਜੇ ਉਹਨੂੰ ਗੋਟਾ ਕਿਨਾਰੀ ਲੱਗੀ ਹੋਵੇ, ਚੁੰਨੀ ਦੀ ਟੌਰ ਹੀ ਹੋਰ ਹੋ ਜਾਂਦੀ ਹੈ ਨਾ। ਪਰ ਜੇ ਚੁੰਨੀ ਵਿੱਚ ਮੋਰੀਆਂ ਹੋਣ ਤਾਂ ਟੌਰ ਘਟਦੀ ਹੈ, ਪਰ ਜੇ ਚੁੰਨੀ 'ਚ ਮਗੋਰੇ ਹੋਣ ਫਿਰ ਉਹ ਗੋਟਾ ਕਿਨਾਰੀ ਵੀ ਸ਼ਰਮਾ ਜਾਂਦੀ ਹੈ, ਜਾਂ ਗੋਟਾ ਕਿਨਾਰੀ ਦਾ ਮੀਨਿੰਗ ਖਤਮ ਹੋ ਜਾਂਦਾ ਹੈਗਾ। ਜਿਹੜਾ ਦੇਸ਼ ਦਾ ਆਰਥਿਕ ਵਿਕਾਸ ਹੈ, ਜੇ ਥੱਲੇ ਵਾਲਿਆਂ ਤੱਕ ਵਧੀਆ ਤਰੀਕੇ ਨਾਲ ਪਹੁੰਚੇ, ਉੱਪਰ ਅਮੀਰ ਵੀ ਥੋੜ੍ਹੇ ਜਿਹੇ ਅਮੀਰ ਹੋ ਜਾਣ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਹੈਗਾ, ਹੈ ਨਾ। ਪਰ ਜਿਹੜਾ ਕੋਈ ਸਾਡੇ ਦੇਸ਼ 'ਚ ਹੋ ਰਿਹਾ, ਮਾੜਾ ਹੋ ਰਿਹਾ, ਇਹਦੇ 'ਤੇ ਕੰਮ ਕਿਵੇਂ ਕੀਤਾ ਜਾਵੇ। ਜਿਹੜਾ ਹੁਣ ਦਾ ਆਰਥਿਕ ਸੰਗੋੜ ਹੈ, ਇਹ ਉਹਦਾ ਇੱਕੋ ਇੱਕ ਹੱਲ ਹੈ ਕਿ ਜਿਹੜਾ ਅਸੀਂ ਆਰਥਿਕ ਵਿਕਾਸ ਮਾਡਲ ਅਪਣਾਇਆ, ਅਸੀਂ ਬਣਾਇਆ ਹੈ ਕਾਰਪੋਰੇਟ ਆਰਥਿਕ ਵਿਕਾਸ ਮਾਡਲ ਅਪਣਾਇਆ ਹੈ। ਆਪਾਂ ਨੂੰ ਲੋਕ ਪੱਖੀ ਆਰਥਿਕ ਵਿਕਾਸ ਮਾਡਲ ਅਪਣਾਉਣਾ ਪਊਗਾ, ਜਿਹਦੇ ਵਿੱਚ ਮੁੱਖ ਕਿਰਤੀ ਹੋਣ, ਅਤੇ ਉਦੋਂ ਬਾਅਦ ਜਿਹੜੀ ਗੱਲ ਹੈ ਉਹ ਦੂਜੇ ਬੰਦਿਆਂ ਦਾ ਗੱਲ ਹੋਵੇ, ਹੈ ਨਾ। ਜੇ ਕਿਰਤੀ ਨੂੰ ਅਸੀਂ ਅੱਗੇ ਰੱਖ ਲਾਂਗੇ, ਸਾਡਾ ਸਾਰਾ ਕੁਝ ਠੀਕ ਹੋ ਜਾਊਗਾ। ਇਸ ਲਈ ਚਾਹੇ ਖੇਤੀਬਾੜੀ ਖੇਤਰ ਹੈ, ਚਾਹੇ ਉਦਯੋਗਿਕ ਖੇਤਰ ਹੈ, ਚਾਹੇ ਸੇਵਾਵਾਂ ਦਾ ਖੇਤਰ ਹੈ, ਤਿੰਨੇ ਖੇਤਰ ਹੈ ਅਰਥ ਵਿਵਸਥਾ ਦੇ। ਤਿੰਨਾਂ ਦੇ ਵਿੱਚ ਸਾਨੂੰ ਲੋਕ ਪੱਖੀ ਹੋਣਾ ਪਊਗਾ, ਕੁਦਰਤ ਪੱਖੀ ਹੋਣਾ ਪਊਗਾ, ਤਾਂ ਹੀ ਸਾਡਾ ਗੁਜ਼ਾਰਾ ਹੋਊਗਾ। ਆਰਥਿਕ ਵਿਕਾਸ ਤਾਂ ਜਿਹੜਾ ਸਾਡਾ ਪਾਪੂਲੇਸ਼ਨ ਦਾ ਗਰੋਥ ਰੇਟ ਹੈ ਉਹਦੇ ਨਾਲ ਥੋੜ੍ਹਾ ਜਿਹਾ ਵੀ ਵੱਧ ਹੋਵੇ, ਪਰ ਉਹਦੀ ਵੰਡ ਠੀਕ ਹੋਵੇ ਅਤੇ ਲੋਕ ਸੁਖੀ ਹੋਣਗੇ, ਅੱਗੇ ਜਾਣਗੇ। ਜਿਹੜਾ ਤੁਸੀਂ ਹੱਲ ਦੱਸ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਰਮਾਏ ਦੀ ਜਾਂ ਕੈਪੀਟਲਿਜ਼ਮ ਦੀ ਗੱਲ ਕਰਦੇ ਆ ਸਾਡੀ ਕੰਟਰੀ ਦੇ ਵਿੱਚ ਵੀ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਵੀ, ਇਹ ਅਜਿਹੀਆਂ ਨੀਤੀਆਂ ਲਿਆਉਣਗੇ ਜਿਨ੍ਹਾਂ ਦਾ ਤੁਸੀਂ ਸੁਝਾਅ ਦੇ ਰਹੇ ਹੋ ਵੀ ਇਹਦੇ ਨਾਲ ਹੱਲ ਹੋ ਜਾਊਗਾ? ਦੇਖੋ, ਦੁਨੀਆ 'ਚ ਦੇ ਉੱਨਤ ਸਰਮਾਏਦਾਰ ਦੇਸ਼ਾਂ 'ਚ ਤਾਂ ਕੋਈ ਵੱਡੇ ਕਾਰਪੋਰੇਸ਼ਨਾਂ ਦੇ ਮਾਲਕ, ਕਾਰਪੋਰੇਸ਼ਨਾਂ ਦੇ ਕਰਤਾ ਧਰਤਾ ਵੀ ਕਹਿ ਰਿਹਾ ਸਾਡੇ 'ਤੇ ਹੋਰ ਟੈਕਸ ਲਾਓ, ਸਾਡਾ ਸਿਸਟਮ ਬਚ ਜਾਵੇ, ਹੈ ਨਾ। ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਸਾਡੇ ਦੇਸ਼ 'ਚ ਜਿਹੜੇ ਇਹੋ ਜਿਹੇ ਨੇ ਉਹ ਦਿਖਦਾ ਨਹੀਂ, ਉਹ ਤਾਂ ਦੂਜੇ ਪਾਸੇ ਚੱਲੇ ਹੋਏ ਨੇ। ਇੱਥੇ ਦਾ ਜਿਹੜੇ ਲੋਕ ਨੇ ਉਹ ਰਲ ਮਿਲ ਬੈਠਣਗੇ, ਆਪਦੀ ਗੱਲਬਾਤ ਕਰਨਗੇ, ਗੱਲਬਾਤ ਕਰਕੇ ਆਪਦੇ ਰਾਜਸੀ ਨੇਤਾਵਾਂ 'ਤੇ ਜ਼ੋਰ ਪਾਉਣਗੇ ਅਤੇ ਫਿਰ ਗੱਲ ਬਣਨੀ ਹੈ। ਮੈਨੂੰ ਲੱਗਦਾ ਕਿ ਇਹ ਸੰਘਰਸ਼ਾਂ ਤੋਂ ਬਿਨਾਂ ਗੱਲ ਬਣਨੀ ਨਹੀਂ, ਪਰ ਸੰਘਰਸ਼ ਕਿਸਾਨਾਂ ਦੇ ਲੌਂਗ ਮਾਰਚ ਵਰਗੇ ਹੋਣੇ ਚਾਹੀਦੇ। ਜਿਵੇਂ ਨਾਸਿਕ ਤੋਂ ਮੁੰਬਈ ਤੱਕ ਕਿਸਾਨ ਤੁਰੇ ਸੀ 180 ਕਿਲੋਮੀਟਰ, ਦਿਨ ਦੇ ਟਾਈਮ ਬੱਚਿਆਂ ਦੇ ਪੇਪਰ ਹੁੰਦੇ ਉਹ ਸੌਂ ਜਾਂਦੇ ਸੀ, ਅਤੇ ਜਾਂ ਰਾਤ ਨੂੰ ਬੱਚੇ ਸੌਂਦੇ ਸੀ, ਉਹ ਤੁਰਦੇ ਸੀ 180 ਕਿਲੋਮੀਟਰ ਤੋਂ ਬਾਅਦ। ਜਾਂ ਉਹਨਾਂ ਦੇ ਪੈਰ ਜ਼ਖਮਾਂ ਨਾਲ ਭਰ ਗਏ ਸੀ, ਮੁੰਬਈ ਦੇ ਲੋਕ ਆਪਦਾ ਸਿਰ ਉਹਨੂੰ ਲਾਉਂਦੇ ਸੀ ਅਤੇ ਮੀਡੀਆ ਦੇ ਵਿੱਚ ਆ ਕੇ ਕਿਹਾ ਸੀ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਵੱਡੀਆਂ ਨੇ, ਤੁਸੀਂ ਹੱਲ ਕਰੋ। ਜਿਹੜਾ ਸਾਡਾ ਸੰਘਰਸ਼ ਹੈ ਉਹ ਲੋਕਤੰਤਰਕ, ਲੋਕਾਂ ਨੂੰ ਕੰਸੈਂਟ ਲੈ, ਅਤੇ ਦੂਜਾ ਇਹ ਸ਼ਾਂਤਮਈ ਢੰਗ ਨਾਲ, ਲੋਕ ਦੁਖੀ ਨਾ ਹੋਣ, ਇਹ ਉਹਨਾਂ ਨਾਲ ਸਾਡੀਆਂ ਸਮੱਸਿਆਵਾਂ ਹੱਲ ਹੋਣੀਆਂ ਨੇ। ਜਿਹੜਾ ਸਾਡਾ ਸਰਮਾਏਦਾਰ ਹੈ ਉਹ ਬੇਸਬਰਾ ਹੋ ਚੁੱਕਿਆ ਹੈ, ਉਹ ਬਘਿਆੜ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਹ ਉਹਦੇ ਤਾਂ ਲਗਾਮ ਪਾਉਣੀ ਪੈਣੀ ਹੈ। ਇਹ ਮੈਂ ਨਹੀਂ ਕਹਿੰਦਾ,
JM ਕੇਨਜ਼ ਜਦੋਂ 1929 ਤੋਂ ਲੈ ਕੇ 34 ਤੱਕ ਦਾ ਵੱਡਾ ਮੰਦਾ ਸੀ, ਉਹਨੇ ਕਿਹਾ ਸੀ ਕਿ ਇਹ ਮੰਦਿਆਂ ਦੇ ਉੱਤੇ ਕਾਬੂ ਪਾਉਣ ਲਈ ਇੱਕੋ ਇੱਕ ਹੱਲ ਹੈ, ਉਹ ਹੈ ਕਿ ਪਬਲਿਕ ਸੈਕਟਰ ਜਨਤਕ ਖੇਤਰ ਦਾ ਵਾਧਾ ਕੀਤਾ ਜਾਵੇ, ਜਿਹੜਾ ਪ੍ਰਾਈਵੇਟ ਜਾਂ ਨਿੱਜੀ ਖੇਤਰ ਹੈ ਇਹਦੇ ਲਗਾਮ ਪਾਈ ਜਾਵੇ। ਜਦ ਇਸ ਤਰ੍ਹਾਂ ਕਰਾਂਗੇ ਫਿਰ ਅਰਥਚਾਰੇ ਵੀ ਠੀਕ ਪਾਸੇ ਵੱਲ ਨੂੰ ਚੱਲਣਗੇ, ਲੋਕ ਵੀ ਸੁਖੀ ਵਸਣਗੇ, ਦੇਸ਼ ਵੀ ਸੁਖੀ ਵਸ। ਤੁਸੀਂ ਸੰਘਰਸ਼ ਦੀ ਗੱਲ ਕੀਤੀ ਹੈ, ਸੰਗਰਾਮ ਦੀ ਗੱਲ ਕੀਤੀ ਹੈ, ਬੇਰੁਜ਼ਗਾਰੀ ਬਹੁਤ ਵੱਡੇ ਪੱਧਰ 'ਤੇ ਹੈ, ਸਾਡੇ ਵੱਡੀ ਸਮੱਸਿਆ ਹੀ ਹੈ ਜਿਹਦੇ ਕਰਕੇ ਹੋਰ ਬੜੀਆਂ ਸਮੱਸਿਆਵਾਂ ਨੇ ਜਿਹੜਾ ਰੂਪ ਖਤਰਨਾਕ ਧਾਰਨ ਕਰ ਲਿਆ। ਹੁਣ ਅਖੀਰ ਦੇ ਵਿੱਚ ਇਸ ਮੁਲਾਕਾਤ ਦੇ ਵਿੱਚ ਸਮਾਂ ਆਪਣੇ ਕੋਲ ਸੀਮਤ ਹੈ। ਬੇਰੁਜ਼ਗਾਰੀ ਬਹੁਤ ਵੱਡੀ ਹੈ, ਇੱਕ ਉਹਦਾ ਹੱਲ ਕੀ ਸਮਝਦੇ ਹੋ? ਇਸ ਦੇ ਨਾਲ ਹੀ ਇੱਕ ਬੇਰੁਜ਼ਗਾਰਾਂ ਨੂੰ ਜਾਂ ਜਿਨ੍ਹਾਂ ਕੋਲ ਥੋੜ੍ਹਾ ਹੈ, ਸਾਧਨ ਉਹਨੇ ਹੈ ਨਹੀਂ, ਸਰੋਤ ਹੈ ਨਹੀਂ ਜੀਵਨ ਸੌਖਾ ਜੀਣ ਵਾਸਤੇ, ਕੋਈ ਵੀ ਗੱਲ ਹੋਵੇ, ਚਾਹੇ ਉਹਨਾਂ ਦੇ ਕੱਪੜਿਆਂ ਦੀ ਗੱਲ ਹੋਵੇ, ਚਾਹੇ ਉਹਨਾਂ ਨੂੰ ਰਹਿਣ ਲਈ ਮਕਾਨ ਦੀ ਲੋੜ ਹੈ, ਉਹਨਾਂ ਦੀ ਸਿਹਤ ਸੁਰੱਖਿਆ ਹੈ, ਉਹਨਾਂ ਦੀ ਆਪਣੀ ਸੁਰੱਖਿਆ ਜਾਂ ਸਿੱਖਿਆ ਦਾ ਮਸਲਾ ਬਹੁਤ ਵੱਡਾ ਹੈ। ਇਸ ਤਰ੍ਹਾਂ ਦੇ ਤਮਾਮ ਜਿਹੜੇ ਮਸਲੇ ਬਣਦੇ ਆ ਉਹਨਾਂ ਦੇ ਲਈ ਉਹਨਾਂ ਕੋਲ ਸਾਧਨ ਨਹੀਂ ਹੈ। ਫਿਰ ਵੀ ਸਲਾਹ ਇਹ ਦਿੱਤੀ ਜਾਂਦੀ ਹੈ ਵੱਡੇ ਬੰਦਿਆਂ ਵੱਲੋਂ, ਆਪਣੇ ਤੋਂ ਛੋਟੇ ਨੂੰ ਜਾਂ ਜਿਹਨਾਂ ਕੋਲ ਆਰਥਿਕ ਕਮਜ਼ੋਰੀ ਹੈ ਜਾਂ ਸੰਗੋੜਪਣ ਹੈ, ਉਹਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਵੀ ਚਾਦਰ ਵੇਖ ਕੇ ਪੈਰ ਪਸਾਰਿਓ, ਚਾਦਰ ਤੋਂ ਬਾਹਰ ਪੈਰ ਰੱਖਿਆ ਤੇ ਚਾਦਰ ਦਾ ਨੁਕਸਾਨ ਤੁਹਾਡਾ ਹੀ ਹੋਣਾ। ਜਿਹੜੇ ਲੋਕ ਇਹ ਸਲਾਹਾਂ ਦਿੰਦੇ ਉਹਨਾਂ ਲੋਕਾਂ ਨੂੰ, ਉਹਨਾਂ ਲਈ ਤੁਹਾਡਾ ਕੀ ਜਵਾਬ ਆ? ਤੁਸੀਂ ਬਹੁਤ ਵਧੀਆ ਆਬਜ਼ਰਵੇਸ਼ਨ ਦਿੱਤੀ ਹੈ, ਚਾਦਰ ਦੇਖ ਕੇ ਪੈਰ ਪਸਾਰਿਓ। ਇਹਦੀ ਸਲਾਹ ਸਾਨੂੰ ਅੱਡੀਆਂ ਚੱਕ ਕੇ ਪੂਰਾ ਜ਼ੋਰ ਲਾ ਕੇ ਦੰਦੇ ਬੰਦੇ ਦਿਖਾਈ ਦਿੰਦੇ ਨੇ। ਇਹ 'ਚ ਇਕੱਲੇ ਸਿਰਫ ਸਰਮਾਏਦਾਰ ਨਹੀਂ ਕਹਿੰਦੇ, ਸਾਡੇ ਸਰਕਾਰੀ ਦਰਬਾਰੀ ਜਗਾੜੀ ਝਾੜੂ ਬਰਦਾਰ ਕਿਸਮ ਦੇ ਬੰਦੇ ਨੇ, ਜਿਹੜੇ ਆਠਾ ਪੱਟੀ ਬੰਦੇ ਨੇ, ਉਹ ਵੀ ਇਹੀ ਸਲਾਹ ਦਿੰਦੇ ਨੇ। ਪਰ ਉਹ ਜਦੋਂ ਜਿਹੜੀ ਚਾਦਰ ਕਿਰਤੀਆਂ ਦੇ ਹਿੱਸੇ ਦੀ ਹੁੰਦੀ ਉਹਨੂੰ ਵੀ ਖੋਹਦੇ ਨੇ, ਉਹਨੂੰ ਵੀ ਉਹ 'ਚ ਮਗੋਰੇ ਕਰਦੇ ਨੇ। ਉਹ ਭੁੱਲ ਜਾਂਦੇ ਨੇ ਕਿ ਇਹ ਚਾਦਰ ਬਣੀ ਹੋਈ ਇਹਨਾਂ ਨਾਲ ਹੋਈ ਹੈ। ਅੱਜ ਪੰਜਾਬ 'ਚ ਬਾਕੀ ਇੰਡੀਆ ਦੇ ਪਾਸ 'ਚ ਵੱਡੇ ਪੱਧਰ 'ਤੇ ਡੈਮੋਗ੍ਰਾਫਿਕ ਡਿਵੀਡੈਂਡ ਹੈ, ਭਾਵ ਸਾਡੀ ਯੰਗਰ ਜਨਰੇਸ਼ਨ ਦਾ ਪ੍ਰਪੋਰਸ਼ਨ ਵੱਧਦਾ, ਜਿਹੜਾ ਕਿ ਅੱਗੇ ਇਕੋਨਮੀ ਨੂੰ ਲਿਜਾਣ ਲਈ, ਦੇਸ਼ ਨੂੰ ਲਿਜਾਣ ਲਈ ਬਹੁਤ ਫਾਇਦੇ ਵਾਲੀ ਗੱਲ ਹੁੰਦੀ ਹੈ। ਪਰ ਉਹਨਾਂ ਦਾ ਅਸੀਂ ਧੱਕ ਰਹੇ ਹਾਂ ਕਿ ਇੱਥੋਂ ਧੱਕ ਕੇ ਬਾਹਰਲੇ ਮੁਲਕਾਂ ਨੂੰ ਕੱਢ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਰੁਜ਼ਗਾਰ ਦਿੰਦੇ ਰਹੇ। ਇਸ ਲਈ ਜਿਹੜਾ ਮੈਂ ਪਹਿਲਾਂ ਕਿਹਾ, ਸਾਨੂੰ ਲੋਕ ਪੱਖੀ ਅਤੇ ਕੁਦਰਤ ਪੱਖੀ ਆਰਥਿਕ ਵਿਕਾਸ ਮਾਡਲ ਅਪਣਾਉਣਾ ਪਊਗਾ। ਜਿਹੜੀ ਸਾਡੀ ਜਵਾਨੀ ਇੱਥੋਂ ਜਾ ਰਹੀ ਹੈ ਉਹਦੇ ਨਾਲ ਬ੍ਰੇਨ ਡਰੇਨ, ਕੈਪੀਟਲ ਡਰੇਨ, ਲਾਸ ਆਫ ਡੈਮੋਗ੍ਰਾਫਿਕ ਡਿਵੀਡੈਂਡ ਹੋ ਰਿਹਾ, ਉਹਨੂੰ ਰੋਕਣ ਲਈ ਜਿਹੜਾ ਬਹੁਤ ਵੱਡਾ ਨੁਕਸਾਨ ਹੈ, ਉਹਨੂੰ ਰੋਕਣ ਲਈ ਸਾਨੂੰ ਇੱਥੇ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ, ਚੰਗੀ ਲਿਵਿੰਗ ਦੇਣੀ ਪਊਗੀ। ਤਾਂ ਸਵਾਲ ਹੀ ਮੇਰਾ ਇਹ ਹੈ ਕਿ ਮੈਂ ਜਿਹੜਾ ਸਵਾਲ ਕੀਤਾ ਸੀ ਕਿ ਰੁਜ਼ਗਾਰ ਦੇ ਮੌਕੇ ਪੈਦਾ ਕਿਵੇਂ ਹੋਣਗੇ, ਹੱਲ ਕੀ ਸਮਝਦੇ ਹੋ ਬੇਰੁਜ਼ਗਾਰੀ ਦਾ? ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਉਹੀ ਕੇਂਜ ਵਾਲਾ ਸੁਝਾਅ ਹੈਗਾ, ਸਾਨੂੰ ਜਨਤਕ ਖੇਤਰ ਦਾ ਪਸਾਰਾ ਕਰਨਾ ਪਊਗਾ, ਨਿੱਜੀ ਖੇਤਰ ਦੇ ਨੱਥ ਪਾਉਣੀ ਪਊਗੀ। ਜਿਹੜਾ ਬੇਲੋੜਾ ਮਸ਼ੀਨੀਕਰਨ ਹੈ, ਇਹ ਮਸਨੂਈ ਬੁੱਧੀ ਵਾਲਾ ਕੰਮ ਹੈ, ਉਹਨਾਂ ਨੂੰ ਰੋਕਣਾ ਪਊਗਾ ਅਤੇ ਉਹਦੇ ਨਾਲ ਹੀ ਰੁਜ਼ਗਾਰ ਪੈਦਾ ਹੋਊਗਾ। ਜੇ ਰੁਜ਼ਗਾਰ 'ਚ ਅਸੀਂ ਕਿ ਕਿਸ ਤਰ੍ਹਾਂ ਦਾ ਆਰਥਿਕ ਵਿਕਾਸ ਕਰਨਾ ਹੈ, ਰੁਜ਼ਗਾਰ ਵਾਲਾ ਕਰਨਾ ਹੈ ਜਾਂ ਰੁਜ਼ਗਾਰ ਰਹਿਤ ਕਰਨਾ ਹੈ ਜਾਂ ਰੁਜ਼ਗਾਰ ਉਜਾੜ ਕਰਨਾ ਹੈ, ਇਹ ਤਾਂ ਦੇਸ਼ ਦੇ ਹਾਕਮਾਂ ਨੇ ਕਰਨਾ। ਪਰ ਦੇਸ਼ ਦੇ ਹਾਕਮਾਂ ਨੂੰ ਜਿਹੜੀ ਸੇਧ ਹੈ ਉਹ ਲੋਕ ਦੇ ਸਕਦੇ ਨੇ, ਲੋਕ ਸੰਘਰਸ਼ ਦੇ। ਜਿਵੇਂ ਤੁਸੀਂ ਇੱਕ ਉਦਾਹਰਨ ਦਿੱਤੀ ਹੈ ਕਿ ਜਿਹੜੀ ਮਸ਼ੀਨੀਕਰਨ ਬਹੁਤ ਜ਼ਿਆਦਾ ਹੋ ਗਿਆ ਹਰ ਖੇਤਰ ਦੇ ਵਿੱਚ, ਤੁਸੀਂ ਗੱਲ ਰੱਖੀ, ਆਪਣੀ ਦਲੀਲ ਦਿੱਤੀ ਹੈ ਕਿ ਜਿਹੜੀ ਮਸ਼ੀਨੀਕਰਨ ਹੈ ਉਸ ਦਾ ਜਿਹੜਾ ਬੇਲੋੜੀ ਵਰਤੋਂ ਕੀਤੀ ਜਾ ਰਹੀ ਹੈ, ਮਸ਼ੀਨਾਂ ਦੀ ਥਾਂ 'ਤੇ ਬੰਦੇ ਲਾਉਣੇ ਚਾਹੀਦੇ ਆ। ਪਰ ਮਸ਼ੀਨ ਤਾਂ ਜਿਹੜਾ ਵਿਕਾਸ ਹੋਇਆ ਆਈ ਬੰਦਿਆਂ ਨੂੰ ਸੌਖਾ ਕਰਨ ਲਈ ਹੈ। ਜਿਹੜੇ ਬੰਦੇ ਇਸ ਗੱਲ ਦੀ ਹਾਮੀ ਭਰਦੇ ਆ ਕਿ ਮਸ਼ੀਨ ਦੀ ਲੋੜ ਦੀ ਵਰਤੋਂ ਘਟਾਉਣ ਦੀ ਬਜਾਏ ਕੰਮ ਦਿਹਾੜੀ ਸਮਾਂ ਉਸ ਨੂੰ ਘਟਾ ਕੇ ਹੱਲ ਕੀਤਾ ਜਾ ਸਕਦਾ, ਉਹਨਾਂ ਬੰਦਿਆਂ ਦੀ ਇਹ ਦਲੀਲ ਹੁੰਦੀ ਹੈ ਕਿ ਮਸ਼ੀਨ ਖਤਰਨਾਕ ਨਹੀਂ ਹੈ, ਜਿਹੜਾ ਸਮਾਂ ਸੀਮਾ ਹੈ ਉਸ ਨੂੰ ਉਸ ਦੇ ਵਿੱਚ ਬੈਲੈਂਸ ਕਰਨ ਦੀ ਲੋੜ ਹੈ, ਜਿਹਦੇ ਕਰਕੇ ਸਮੱਸਿਆ ਹੱਲ ਹੋ ਸਕਦੀ ਹੈ। ਦੇਖੋ ਗੱਲ ਇਹ ਹੈਗੀ, ਲੈਨਨ ਦੀ ਇੱਕ ਬੁੱਕ ਹੈ ਡਿਵੈਲਪਮੈਂਟ ਆਫ ਕੈਪੀਟਲਿਜ਼ਮ ਇਨ ਰਸ਼ੀਆ ਵੋਲੀਅਮ 3, ਉਹ 'ਚ ਲੈਨਨ ਲਿਖਦਾ ਹੈ ਕਿ ਜਿਹੜੀ ਮਸ਼ੀਨ ਹੈ ਉਹ ਕੰਮ ਨੂੰ ਬਹੁਤ ਸੌਖਾ ਕਰ ਦਿੰਦੀ ਹੈ, ਪਰ ਉਹ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਦਿੰਦੀ ਹੈ। ਉਹ ਦੁੱਧ ਤੋਂ ਕਰੀਮ ਵੱਖ ਕਰਨ ਵਾਲੀ ਮਸ਼ੀਨ ਦੀ ਉਦਾਹਰਨ ਲਿਖਦਾ। ਉਹ ਕਹਿੰਦਾ ਦੁੱਧ ਤੋਂ ਕਰੀਮ ਵੱਖ ਕਰਨ ਲਈ ਜਦ ਮਸ਼ੀਨ ਦੇ ਵਿੱਚ ਦੁੱਧ ਪਾਇਆ ਜਾਂਦਾ ਤਾਂ ਬਹੁਤ ਸੌਖੇ ਉਦੋਂ ਕਰੀਮ ਬਾਹਰ ਕੱਢ ਦਿੰਦੀ ਹੈ, ਹੱਥਾਂ ਨਾਲ ਰਿੜਕਣਾ ਔਖਾ ਹੁੰਦਾ, ਪਰ ਇਹ ਲੱਖਾਂ ਲੋਕਾਂ ਦੇ ਮੂੰਹ 'ਚੋਂ ਦੁੱਧ ਖੋਹ ਵੀ ਲੈਂਦੀ ਹੈਗੀ। ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਜੇ ਮਸ਼ੀਨ ਆਵੇ, ਮਸ਼ੀਨ ਦੇ ਨਾਲ ਜਿਹੜੀ ਅਨਪਲਾਇਮੈਂਟ ਵੱਧਦੀ ਹੈ। ਇੱਕ ਹੱਲ ਤਾਂ ਇਹ ਵੀ ਹੈਗੀ ਕਿ ਜੇ ਪਹਿਲਾਂ 8 ਘੰਟੇ ਦਾ ਦਿਨ ਹੈ, ਵਰਕਿੰਗ ਡੇ ਹੈ, ਉਹਨੂੰ 2 ਘੰਟੇ ਦਾ ਕਰ ਲਿਆ ਜਾਵੇ, 3 ਘੰਟੇ ਦਾ ਕਰ ਲਿਆ ਜਾਵੇ, ਪਰ ਉਹ ਜਿਹੜਾ ਵਰਕਰ ਹੈ ਉਹਦਾ ਇੱਕ ਮਿਨੀਮਮ ਲਿਵਿੰਗ ਅਸ਼ੋਰ ਕੀਤੀ ਜਾਵੇ। ਪਰ ਤੁਹਾਨੂੰ ਲੱਗਦਾ ਸੰਦੀਪ ਜੀ ਵੀ ਸਾਡਾ ਸਰਮਾਏਦਾਰ ਇੰਨਾ ਦੇਵਤਾ ਨੁਮਾ ਹੈ ਕਿ ਉਹ ਆਪਦਾ ਇਹਨਾਂ ਟਾਈਮ ਘੱਟ ਕਰਕੇ ਇਹਨਾਂ ਨੂੰ ਦੇਊਗਾ? 15 ਦਿਨ ਲਈ ਤਾਂ ਲੋਕਡਾਊਨ 'ਚ 2 ਡੰਗ ਦੀ ਰੋਟੀ ਦੇ ਹੋ ਰਹੀ ਗੱਲ। ਇਹ ਵਧੀਆ, ਇਹ ਗੱਲ ਤਾਂ ਹੋਊਗੀ ਕਿ ਸਰਮਾਏਦਾਰ ਇਹ ਚਾਹਣਗੇ ਨਹੀਂ, ਉਹਨਾਂ ਦੀ ਇੱਛਾ ਨਹੀਂ ਹੋਊਗੀ ਕਿ ਉਹਨਾਂ ਦਾ ਮੁਨਾਫਾ ਘਟੇ। ਪਰ ਤੁਹਾਨੂੰ ਇਸ ਗੱਲ ਨਾਲ ਸਹਿਮਤੀ ਲੱਗਦੀ ਹੈ ਕਿ ਇਸ ਤਰ੍ਹਾਂ ਹੋਣ ਦੇ ਨਾਲ ਸਮੱਸਿਆ ਹੱਲ ਹੋ ਸਕਦੀ? ਨਹੀਂ, ਮੈਨੂੰ ਦੂਜੀ ਤਰ੍ਹਾਂ ਲੱਗਦਾ ਹੈ। ਮੈਨੂੰ ਲੱਗਦਾ ਕਿ ਜਿਹੜਾ ਸਾਡਾ ਉਦਯੋਗੀਕਰਨ ਹੈ ਉੱਥੇ 2 ਤਰ੍ਹਾਂ ਨੇ।
ਇੱਕ ਵੱਡੀਆਂ ਉਦਯੋਗਿਕ ਇਕਾਈਆਂ ਵਾਲੇ, ਇੱਕ ਲਘੂ ਘਰੇਲੂ ਛੋਟੀਆਂ ਦਰਮਿਆਨੀਆਂ ਵਾਲੇ ਨੇ। ਜਿਹੜੇ ਇਹ ਵੱਡੀਆਂ ਤੋਂ ਬਿਨਾਂ ਨੇ ਸਾਰੇ, ਇਹ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਦੇਣੀ ਚਾਹੀਦੀ ਹੈ ਕਿ ਕੰਡੀਸ਼ਨ ਲਾ ਕੇ ਕਿ ਜਿਹੜਾ ਵੱਧ ਰੁਜ਼ਗਾਰ ਪੈਦਾ ਕਰੂਗਾ ਉਹਨੂੰ ਵੱਧ ਫਾਈਨੈਂਸ਼ੀਅਲ ਹੈਲਪ ਆਊਗੀ। ਪਰ ਸਾਡੇ ਦੇਸ਼ ਦਾ ਉਲਟ ਹੋ ਰਿਹਾ। ਸਾਡੇ ਦੇਸ਼ ਦਾ ਜਿਹੜੇ ਵੱਡੀਆਂ ਉਦਯੋਗਿਕ ਇਕਾਈਆਂ ਨੇ ਉਹਨਾਂ ਨੂੰ ਕਾਨੂੰਨੀ ਤੇ ਗੈਰ ਕਾਨੂੰਨੀ ਤਰੀਕੇ ਨਾਲ ਮਾਲੋ ਮਾਲ ਕੀਤਾ ਜਾ ਰਿਹਾ ਹੈਗਾ, ਹੈ ਨਾ। ਉਹਨਾਂ ਦੇ ਲੋਨ ਰੀਸਟਰਕਚਰ ਕੀਤੇ ਜਾ ਰਹੇ ਨੇ, ਉਹਨਾਂ ਦਾ NPA ਜਿਹੜਾ ਹੈਗਾ ਉਹ ਉਧਰ ਪੈਸਾ ਮਾਫ ਕੀਤਾ ਜਾ ਰਿਹਾ ਹੈਗਾ, ਜਦੋਂ ਕਿ ਇਹ ਹੋਣਾ ਉਲਟ ਚਾਹੀਦਾ ਹੈ ਕਿ ਜਿੱਥੇ ਵੱਧ ਰੁਜ਼ਗਾਰ ਪੈਦਾ ਹੋਵੇ ਉੱਥੇ ਸਰਕਾਰ ਦਾ ਪੈਸਾ ਆਵੇ। ਜੀ, ਅਸੀਂ ਇਹਨਾਂ ਤਮਾਮ ਮਸਲਿਆਂ ਦੇ ਉੱਤੇ ਗੱਲ ਕੀਤੀ ਹੈ ਕਿ GDP ਦੇ ਘਟਣ ਦੇ ਨਾਲ ਕੀ ਅਸਰ ਹੈ ਲੋਕਾਂ ਤੇ GDP ਦੇ ਵਿੱਚ ਜੇ ਵਾਧਾ ਵੀ ਹੁੰਦਾ ਤਾਂ ਕਿੰਨਾ ਲੋਕਾਂ ਦੇ ਲਈ ਹੁੰਦਾ, ਕਿੰਨਾ ਲਈ ਉਹ ਸਾਧਨ ਵਰਤੇ ਜਾਂਦੇ ਆ। ਤੁਸੀਂ ਸਾਡੇ ਨਾਲ ਸਮਾਂ ਕੱਢ ਕੇ ਜੁੜੇ ਹੋ, ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ ਤੁਹਾਡਾ ਜੀ। ਇਹ ਸਨ ਸਾਡੇ ਨਾਲ ਡਾਕਟਰ ਗਿਆਨ ਸਿੰਘ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਨੇ ਤੇ ਪ੍ਰਸਿੱਧ ਕਾਲਮ ਨਵੀਸ ਨੇ, ਤੇ ਆਪਣੀ ਹਰ ਗੱਲ ਨੂੰ ਬੇਬਾਕੀ ਨਾਲ ਰੱਖਦੇ ਨੇ। ਤੇ ਅੱਜ ਲੋੜ ਵੀ ਹੈ ਕਿ ਲੋਕਾਂ ਲਈ ਜੇ ਸੱਚਮੁੱਚ ਹੀ ਭਲਾ ਚਾਹੁੰਦਾ ਕੋਈ ਤਾਂ ਇਸੇ ਤਰ੍ਹਾਂ ਬੇਬਾਕੀ ਦੇ ਨਾਲ ਕੱਲੀਆਂ ਗੱਲਾਂ ਹੀ ਨਹੀਂ, ਕੰਮ ਵੀ ਕਰਨਾ ਪੈਣਾ ਹੈ। ਇਸੇ ਕਰਕੇ ਲੋਕਾਂ ਦੇ ਹਾਲਾਤ ਬਦਲੇ ਜਾ ਸਕਦੇ ਆ। ਜੇ ਹਾਲਾਤ ਬਦਲਣਗੇ ਤਾਂ ਸਮਾਜਿਕ ਦੇ ਵਿੱਚ ਜਿਹੜੀ ਇੱਕ ਸਮਾਜਿਕ ਜ਼ਿੰਦਗੀ ਦੇ ਵਿੱਚ ਗਿਰਾਵਟ ਆਈ ਹੋਈ ਆ ਉਸ ਨੂੰ ਵੀ ਹੈ ਜਿਹੜਾ ਉੱਪਰ ਚੁੱਕਿਆ ਜਾ ਸਕਦਾ, ਇੱਕ ਦੂਜੇ ਦਾ ਸਾਥ ਦਿੱਤਾ ਜਾ ਸਕਦਾ। ਫਿਲਹਾਲ ਇਸ ਮੁਲਾਕਾਤ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।